बस एक गल दस दे भी आ जेड़ी तू ट्रैवलिंग करदा ते ओदे तो बाद फ्रेश रहना एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे एग्जिट 208 ते जिथे ਤੁਹਾਨੂੰ फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा होर भी सामान आसानी नाल मिलेगा। हुणे कॉल करो 360 652 6066 यानी 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। Dreamliner Express Company, Calgary, Alberta, Canada। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, ਗੁਰਸ਼ਰਨ ਸੇਖੋ, 22693 Hesperian Boulevard, Suite 250, Hayward, California. Call 510-200-9988। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਮੇਰੇ ਨਾਲ ਨੇ ਇਸ ਵਕਤ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਜਿੱਥੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਕੱਲ੍ਹ ਜੰਤਰ ਮੰਤਰ ਤੱਕ ਜਾਣ ਤੱਕ ਦੀ ਇਜਾਜ਼ਤ ਦੇ ਦਿੱਤੀ ਹੈ, 200 ਦੀ ਇਜਾਜ਼ਤ ਦਿੱਤੀ ਹੈ, ਉੱਥੇ ਹੀ ਕਹਿੰਦੇ ਅੰਦੋਲਨ ਦੌਰਾਨ ਮਰਨ ਵਾਲਿਆਂ ਦੀਆਂ ਕਹਿੰਦੇ ਕੇਂਦਰ ਕੋਲ ਕੋਈ ਅੰਕੜਾ ਹੀ ਹੈ ਨਹੀਂ। ਦੇਖੋ, ਭਾਰਤ ਮਹਾਨ ਦੀ ਕਿੱਡੀ ਬਦਕਿਸਮਤੀ ਹੈ ਜੀ। ਦੇਸ਼ ਦੀਆਂ ਸਰਹੱਦਾਂ ਤੇ 500 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਜੀ। ਔਰ ਖਬਰਾਂ ਰੋਜ਼ ਅਖਬਾਰਾਂ 'ਚ ਲੱਗਦੀਆਂ, ਟੈਲੀਵਿਜ਼ਨ ਚੈਨਲਾਂ 'ਤੇ ਆਉਂਦੀਆਂ। ਆਹ ਜਿਹੜਾ ਨਵਾਂ ਇੱਕ ਆਇਆ ਤੁਹਾਡਾ ਜਸੂਸੀ ਸਿਸਟਮ ਇਜ਼ਰਾਈਲ ਵਾਲਾ, ਉਹਦੀ ਵਰਤੋਂ ਕਰਕੇ ਸਾਰੇ ਪੱਤਰਕਾਰਾਂ ਦੀ ਇੰਟੈਲੀਜੈਂਸ ਇਕੱਤਰ ਕਰ ਲਈ ਹੈ ਜੀ।
ਵਿਰੋਧੀ ਧਿਰ ਦੇ ਆਗੂ ਜਿਹੜੇ ਹੁੰਦੇ ਸੀ ਉਸ ਵੇਲੇ ਰਾਹੁਲ ਗਾਂਧੀ ਉਹਦੀ ਇਕੱਤਰ ਕਰ ਲਈ। ਕੋਈ ਬੰਦਾ ਛੱਡਿਆ ਨਹੀਂ, ਇੱਥੋਂ ਤੱਕ ਕਿ ਆਪਦੇ ਬੰਦਿਆਂ ਦੀ ਜਾਣਕਾਰੀ ਵੀ ਸਾਰੀ ਦੀ ਸਾਰੀ ਹਾਸਲ ਕਰ ਲਈ ਜੀ। ਲੇਕਿਨ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦੇ ਆ ਕਿ ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਆ, ਸਾਡੇ ਕੋਲੇ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਜੀ। ਇਹ ਜਾਣਕਾਰੀ ਲੈਣੀ ਕਿਹੜੀ ਹੈ? ਜੇ ਸਰਕਾਰ ਨੂੰ ਆਪਣੇ ਲੋਕਾਂ ਦੇ ਜਨਮ ਤੇ ਮੌਤ ਦਾ ਹੀ ਨਹੀਂ ਪਤਾ ਜੀ, ਤੇ ਫਿਰ ਉਹ ਸਰਕਾਰ ਹੈ ਕਾਹਦੀ ਖਾਤਰ? ਮਹਿਕਮਾ ਖੇਤੀਬਾੜੀ ਹੋਵੇ ਜੀ, ਖੇਤੀਬਾੜੀ ਮਹਿਕਮੇ ਦੇ ਵਿੱਚ ਜਿੱਥੋਂ ਮਰਜ਼ੀ ਹੈ ਤੁਸੀਂ ਵੱਖ-ਵੱਖ ਜਿਹੜੀਆਂ ਹੈਗੀਆਂ ਸਰਕਾਰਾਂ ਉਹਨਾਂ ਨੂੰ ਚਿੱਠੀ ਲਿਖੋ, ਉਹਨਾਂ ਤੋਂ ਚਿੱਠੀ ਲੈ ਲਓ। ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ, ਜਿਹੜਾ ਬੰਦਾ ਪੰਜਾਬ ਦਾ ਕੋਈ ਉੱਥੇ ਸ਼ਹੀਦ ਹੁੰਦਾ ਹੈ, ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜਾ ਫੈਸਲਾ ਕੀਤਾ ਸੀ ਉਹਦੇ ਮੁਤਾਬਕ ਇਹ ਹੈ ਕਿ ਹਰ ਇੱਕ ਸ਼ਹੀਦ ਹੋਣ ਵਾਲੇ ਬੰਦੇ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ। ਕੀ ਪੰਜਾਬ ਦੀ ਸਰਕਾਰ ਨੂੰ ਚਿੱਠੀ ਲੈ ਕੇ ਇਹ ਨਹੀਂ ਪੁੱਛ ਸਕਦੇ ਕਿ ਤੁਸੀਂ ਕਿੰਨਾ ਕੁ ਮੁਆਵਜ਼ਾ ਦਿੱਤਾ ਹੈ? ਜਿਹੜਾ ਇਹ ਸਵਾਲ ਹੈ, ਇਹ ਸਵਾਲ ਪਾਰਲੀਮੈਂਟ 'ਚ ਪੁੱਛਿਆ ਗਿਆ ਹੈ ਜੀ। ਪਾਰਲੀਮੈਂਟ ਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਦਿੱਤਾ। ਆਮ ਤੌਰ ਤੇ ਦਾਨੇਵਾਲੀਆ ਸਾਹਿਬ, ਤੁਹਾਡਾ ਵੀ ਪੱਤਰਕਾਰਤਾ 'ਚ ਬਹੁਤ ਤਜਰਬਾ ਹੈ, ਜਦੋਂ ਅਸੈਂਬਲੀ ਕੁਐਸਚਨ ਹੋ ਜੇ, ਪਾਰਲੀਮੈਂਟ ਕੁਐਸਚਨ ਹੋ ਜੇ, ਉਹ ਤਾਂ ਪੂਰਾ ਦੇਣਾ ਪੈਂਦਾ। ਉਦੋਂ ਤੋਂ ਬਾਅਦ ਮਤਲਬ ਜਿਹੜੀ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਬਈ ਜੀ, ਇਹ ਤਾਂ ਅਸੀਂ ਦੇਣੇ ਹੀ ਦੇਣੇ। ਉਸ ਤੋਂ ਪਹਿਲਾਂ ਹੀ ਢਿੱਲੋਂ ਸਾਹਿਬ ਮੱਚ ਜਾਂਦੀ ਹੈ ਵੀ ਹੁਣ ਸੈਸ਼ਨ ਹੋਣ ਵਾਲਾ ਤੇ ਸਾਰੇ ਪੱਬਾਂ ਭਾਰ ਹੋ ਜਾਂਦੇ, ਅਫਸਰ ਸੌਂਦੇ ਨਹੀਂ ਰਾਤ ਨੂੰ, ਸੌਂਦੇ ਨਹੀਂ। ਬਿਲਕੁਲ 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 ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਸੀ, ਪਰ ਉਹ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਬੰਦੇ ਦੀ ਆਤਮਾ ਮਰ ਜੇ ਉਦੋਂ ਤੁਸੀਂ ਕੀ ਕਰੋਗੇ? ਇਹਦੇ 'ਚ ਹੁਣ ਤੁਸੀਂ ਦੇਖੋ ਕਿ ਕਿਸਾਨਾਂ ਦੀਆਂ 11 ਮੀਟਿੰਗਾਂ ਹੋ ਗਈਆਂ ਭਾਰਤ ਸਰਕਾਰ ਨਾਲ ਜੀ। 22 ਜਨਵਰੀ ਤੋਂ ਬਾਅਦ ਉਹਨਾਂ ਦਾ ਤੋੜ ਵਿਛੋੜਾ ਹੋਇਆ ਵੈ ਜੀ। ਜਦੋਂ 11 ਮੀਟਿੰਗਾਂ ਜਿਹੜੀਆਂ ਹੋਈਆਂ ਤੇ ਆਖਰੀ ਮੀਟਿੰਗ ਜਾਂ ਆਖਰੀ ਤੋਂ ਪਹਿਲੀ ਮੀਟਿੰਗ ਦੇ ਵਿੱਚ ਚੱਲਦੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਕਿਹਾ ਜੀ ਅਸੀਂ ਗੱਲਬਾਤ ਤੋੜਦੇ ਹਾਂ ਜੀ। ਕਹਿੰਦੇ ਕੀ ਗੱਲ? ਉਹ ਕਹਿੰਦੇ ਜੀ ਸਾਡੇ ਕਿਸਾਨ ਸ਼ਹੀਦ ਹੋਏ ਹੈ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਹੈ। ਅੱਛਾ ਜੀ। ਤੁਹਾਡੀ ਯਾਦ ਹੋਣਾ ਸਾਂਝੀ ਮੀਟਿੰਗ ਜਿਹੜੀ ਭਾਰਤ ਸਰਕਾਰ ਦੇ 3 ਵਜ਼ੀਰਾਂ ਨਾਲ ਮੀਟਿੰਗ ਹੋਈ ਸੀ, ਉਹਦੇ ਵਿੱਚ ਸ਼ਰਧਾਂਜਲੀ ਭੇਟ ਕੀਤੀ ਸੀ ਤੇ ਸ਼ਰਧਾਂਜਲੀ ਭੇਟ ਕਰਨ 'ਚ ਕਹਿੰਦੇ ਵੀ ਅਸੀਂ ਵੀ ਤੁਹਾਡੇ ਨਾਲ ਹੀ ਹਾਂ। ਜਦੋਂ ਤੋਮਰ ਹੋਰਾਂ ਨੂੰ ਕਿਹਾ ਕਿ ਤੁਸੀਂ ਵੀ ਖੜੇ ਹੋ ਜਾਓ, ਕਿਉਂਕਿ ਉਦੋਂ ਇਹ ਲੱਗਦੀ ਸੀ ਕਿ ਕਿਸਾਨ ਸਾਡੀ ਗੱਲ ਮੰਨ ਲੈਣਗੇ, ਤੇ ਤੋਮਰ ਹੋਰਾਂ ਨੇ ਖੜੇ ਹੋ ਕੇ ਉਸ ਵੇਲੇ ਸ਼ਰਧਾਂਜਲੀ ਭੇਟ ਕੀਤੀ ਸੀ ਜੀ। ਚਾਹੀਦਾ ਤਾਂ ਇਹ ਸੀ ਕਿ 500 ਤੋਂ ਉੱਪਰ ਕਿਸਾਨਾਂ ਦੀ ਹੋ ਗਈ ਮੌਤ, ਇਹਨਾਂ ਲੋਕਾਂ ਨੂੰ ਸ਼ਰਧਾਂਜਲੀ ਲੋਕ ਸਭਾ 'ਚ ਵੀ ਦੇਣੀ ਚਾਹੀਦੀ ਸੀ ਤੇ ਰਾਜ ਸਭਾ 'ਚ ਵੀ ਦੇਣੀ ਚਾਹੀਦੀ ਸੀ। ਤੁਸੀਂ ਇਹ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਤਰਾਸਦੀਆਂ ਹੋਈਆਂ ਜੀ। ਕਰੋਨਾ ਦੇ ਨਾਲ ਕਿੰਨੇ ਲੋਕ ਜਿਹੜੇ ਹੈਗੇ ਸਾਡੇ ਨੂੰ ਵਿਛੋੜਾ ਦੇ ਗਏ ਹੈ। ਜਦੋਂ ਕੋਈ ਇਸ ਕਿਸਮ ਦੀ ਤਰਾਸਦੀ ਵਾਪਰ ਜੇ, ਕਿਤੇ ਕੋਈ ਬਹੁਤ ਵੱਡਾ ਜਾਨੀ ਨੁਕਸਾਨ ਹੋ ਜੇ, ਤੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਲੇਕਿਨ ਕੇਂਦਰ ਸਰਕਾਰ ਕਹਿੰਦੇ ਜੀ ਅਸੀਂ ਮੁਆਵਜ਼ਾ ਕਿੱਥੋਂ ਦੇਈਏ? ਸਵਾਲ ਕੀਤਾ ਸੀ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਹੈ ਉਹਨਾਂ ਨੂੰ ਮੁਆਵਜ਼ਾ, ਕਹਿੰਦੇ ਮੁਆਵਜ਼ਾ ਤਾਂ ਅਸੀਂ ਤਾਂ ਹੀ ਦੇਵਾਂਗੇ ਜੇ ਸਾਨੂੰ ਪਤਾ ਹੋਊਗਾ ਵੀ ਮਰਨੇ। ਇਹਦਾ ਮਤਲਬ ਤੁਸੀਂ ਮਰਨ ਵਾਸਤੇ ਛੱਡੇ। ਇਹ ਦੇਖੋ ਤੁਸੀਂ ਕਿ ਨਿਊਜ਼ੀਲੈਂਡ ਦੀ ਪਾਰਲੀਮੈਂਟ ਹੋਵੇ, ਆਸਟ੍ਰੇਲੀਆ ਦੀ ਪਾਰਲੀਮੈਂਟ ਹੋਵੇ, ਕੈਨੇਡਾ ਦੀ ਪਾਰਲੀਮੈਂਟ ਹੋਵੇ, ਵਿਕਸਿਤ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ, ਚਾਹੇ ਇੰਗਲੈਂਡ ਦੀ ਪਾਰਲੀਮੈਂਟ ਹੋਵੇ, ਉੱਥੇ ਇਹ ਮੁੱਦੇ ਉਠਾਏ ਗਏ ਹੈ। ਉੱਥੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਕਿਸਾਨਾਂ ਦੀ ਗੱਲ ਕੀਤੀ ਗਈ ਹੈ। ਅਖਬਾਰਾਂ 'ਚ, ਟੈਲੀਵਿਜ਼ਨਾਂ 'ਚ, ਡਿਜੀਟਲ ਮੀਡੀਆ ਤੇ ਸਾਰੇ ਥਾਵਾਂ ਤੇ ਆਉਂਦੇ ਹੈ। ਕਿੱਡੇ ਕਿੱਡੇ ਵੱਡੇ ਵੱਡੇ ਇਹਨਾਂ ਦੇ ਕੋਲੇ ਅਦਾਰੇ ਹੈ। ਇੰਟੈਲੀਜੈਂਸ ਬਿਊਰੋ ਕੱਲੇ ਕਿਸਾਨ ਦੇ ਮਗਰ ਫਿਰਦੇ ਆ, ਕਿਸਾਨ ਲੀਡਰਾਂ ਦੇ ਮਗਰ ਫਿਰਦੇ ਆ ਜੀ ਸਾਰੇ। ਵਿਸਕੀ ਹੈ ਸਭ, ਸ਼ਾਮ ਤੱਕ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ, ਸਾਰੀ ਦੀ ਸਾਰੀ ਇਨਫੋਰਮੇਸ਼ਨ ਉਹ ਭਾਰਤ ਸਰਕਾਰ ਨੂੰ ਭੇਜਦੇ ਆ। ਮੇਰਾ ਖਿਆਲ ਹੈ ਵੀ ਇਹਦੇ ਨਾਲੋਂ ਭਾਰਤ ਸਰਕਾਰ ਦੀ ਗੈਰ ਜ਼ਿੰਮੇਵਾਰੀ ਕੋਈ ਨਹੀਂ, ਔਰ ਇੱਥੋਂ ਪਤਾ ਲੱਗਦਾ ਕਿ ਅੰਨਦਾਤੇ ਪ੍ਰਤੀ ਉਹਨਾਂ ਦੀ ਗੰਭੀਰਤਾ ਬਿਲਕੁਲ। ਹੁਣ ਇਹਦੇ ਨਾਲ ਹੀ ਅਗਲੀ ਗੱਲ ਕਹਿੰਦੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਅਸੀਂ ਤਿਆਰ ਹਾਂ ਜੀ, ਗੱਲਬਾਤ ਕਰਨ ਲਈ ਅਸੀਂ ਤਿਆਰ ਹਾਂ, ਪਰ ਜਿਹੜੀ ਉਹਨਾਂ ਦੀ ਮੁੱਖ ਮੰਗ ਹੈ ਕਿ 3 ਕਾਲੇ ਕਾਨੂੰਨ ਜਿਹੜੇ ਆ ਜੀ ਵਾਪਸ ਲੈ ਲਓ, ਕਹਿੰਦੇ ਜੀ ਇਹ ਨਹੀਂ। ਫਿਰ ਪੁੱਛਿਆ ਵੀ ਤੁਸੀਂ ਕਰੋਗੇ ਕੀ ਜੀ? ਕਹਿੰਦੇ ਕਿਸਾਨਾਂ ਦੀ ਫਿਕਰਮੰਦੀ ਦੇ ਉੱਤੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਕਿ ਉਹਨਾਂ ਨੂੰ ਫਿਕਰ ਕਿਹੜੀਆਂ ਚੀਜ਼ਾਂ ਦਾ ਜੀ। ਉਹਨਾਂ ਨੂੰ ਤਾਂ ਫਿਕਰ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀਆਂ ਨਸਲਾਂ ਤੇ ਫਸਲਾਂ ਦਾ ਸਵਾਲ ਹੈ। ਤੁਸੀਂ ਉਹਨਾਂ ਦੀਆਂ ਫਸਲਾਂ ਦੇ ਲੁੱਟਣ ਦਾ ਪ੍ਰਬੰਧ ਕਰ ਰਹੇ ਹੋ ਤੇ ਉਹਨਾਂ ਦੀਆਂ ਨਸਲਾਂ ਨੂੰ ਮਜ਼ਦੂਰ ਬਣਾ ਰਹੇ ਹੋ, ਬਿਲਕੁਲ ਉਹਨਾਂ ਤੋਂ ਕਿਸਾਨੀ ਦਾ ਰੁਤਬਾ ਖੋ ਰਹੇ ਹੋ। ਉਹਨਾਂ ਦਾ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਤੇ ਤੁਸੀਂ ਕਹਿੰਦੇ ਵੀ ਅਸੀਂ ਫਿਕਰ ਕਾਹਦਾ ਕਰੀਏ? ਫਿਕਰ ਤਾਂ ਉਹਨਾਂ ਦਾ ਆਹੀ ਫਿਕਰਮੰਦੀ ਹੈ ਉਹਨਾਂ ਦੀ। ਉਹ ਕਹਿੰਦੇ ਇਹ ਤੋਂ ਘੱਟ ਸਾਡਾ ਸਰਦਾ ਹੀ ਨਹੀਂ। ਇਹ ਸਥਿਤੀ ਹੈ ਜੀ ਭਾਰਤ ਸਰਕਾਰ ਦੀ। ਅਗਲੀ ਗੱਲ ਜਿਹੜੀ ਤੁਸੀਂ ਕੀਤੀ ਹੈ, ਕਿਸਾਨਾਂ ਨੂੰ ਕੱਲ ਤੱਕ ਇਜਾਜ਼ਤ ਨਹੀਂ ਸੀ ਦਿੱਤੀ। ਹਾਂਜੀ, ਕੱਲ ਕਿਸਾਨਾਂ ਨੇ ਕੱਲ ਵੀ ਇਹਦਾ ਜੇ ਸੋਰਸਸ ਆ ਮੇਰੇ ਕੋਲੇ ਹਜੇ ਇਨਫੋਰਮੇਸ਼ਨ, ਪਰ ਗੱਲ ਕਿਸਾਨਾਂ ਨੂੰ ਇਹ ਹੋਗਾ ਕਿਸਾਨ ਜਾ ਰਹੇ ਨੇ। ਕਿਸਾਨਾਂ ਨੇ ਤਾਂ ਫੈਸਲਾ ਕੀਤਾ ਜੀ ਅਸੀਂ ਜਾਵਾਂਗੇ, ਔਰ ਉਹ ਬਿਲਕੁਲ ਪੂਰੇ ਡਾਕੂਮੈਂਟਸ ਦੇ ਨਾਲ ਜਾ ਰਹੇ ਹੈ ਜੀ। ਪਰਿਵਾਰ ਦੇ ਮੈਂਬਰਾਂ ਦੇ ਐਡਰੈਸ ਵੀ ਲੈ ਕੇ ਜਾ ਰਹੇ ਹੈ ਕਿ ਜੇ ਕੋਈ ਨਬੀ ਹੋ ਜੇ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਜਾ ਸਕੇ। ਔਰ ਉਹਨਾਂ ਨੇ ਇਕੱਲਾ ਇਹ ਨਹੀਂ ਕਿਹਾ ਕਿ ਅਸੀਂ ਉੱਥੇ ਜਾਵਾਂਗੇ, ਉਹ ਕਹਿੰਦੇ ਅਸੀਂ ਜੰਤਰ ਮੰਤਰ ਤੇ ਚੱਲਾਂਗੇ ਜੀ, ਜੰਤਰ ਮੰਤਰ ਤੇ ਜਾ ਕੇ ਬੈਠਾਂਗੇ,
2 ਬੰਦਿਆਂ ਦੀ ਚੋਣ ਕਰਾਂਗੇ, ਇੱਕ ਸਪੀਕਰ ਜੀ, ਇੱਕ ਡਿਪਟੀ ਸਪੀਕਰ। ਡਿਪਟੀ ਸਪੀਕਰ ਉੱਥੇ ਕਿਸਾਨ ਪਾਰਲੀਮੈਂਟ ਜੁੜੂਗੀ, ਮੌਕ ਜਿਹੜੀ ਪਾਰਲੀਮੈਂਟ ਚਲਾਉਣਗੇ। ਹਾਂ, ਮੌਕ ਪਾਰਲੀਮੈਂਟ ਤਾਂ ਜਿਹੜੇ ਵੈਸੇ ਉਹ ਕਹਿੰਦੇ ਅਸੀਂ ਰੀਜਨਲ ਪਾਰਲੀਮੈਂਟ ਚਲਾਵਾਂਗੇ, ਅਸੀਂ ਉੱਥੇ ਪਾਰਲੀਮੈਂਟ ਚਲਾਵਾਂਗੇ, ਉੱਥੇ ਅਸੀਂ ਇਹ ਕਨਸਰਨ ਦੱਸਾਂਗੇ। ਜਿਹੜਾ ਨਰਿੰਦਰ ਤੋਮਰ ਕਹਿੰਦਾ ਨਾ ਜੀ ਫਿਕਰਮੰਦੀਆਂ ਦੱਸ ਦੇਣ ਕੀ ਹੈ, ਉਹ ਕਹਿੰਦੇ ਅਸੀਂ ਉੱਥੇ ਫਿਕਰ ਦੱਸਾਂਗੇ, ਉੱਥੇ ਅੰਤਰਰਾਸ਼ਟਰੀ ਮੀਡੀਆ ਹੋਊਗਾ। ਔਰ ਉਹ ਅੰਤਰਰਾਸ਼ਟਰੀ ਮੀਡੀਆ ਫਿਰ ਜਿਹੜੇ ਕੱਲੇ ਇਹਨਾਂ ਦੇ ਸਵਾਲ ਹੈ ਜਿਹੜੇ ਕਹਿੰਦੇ ਨਹੀਂ ਆਣੀ, ਇਹ ਅਸੀਂ ਸਾਰਾ ਕੁਝ ਦੱਸਾਂਗੇ। ਲਓ ਜੀ, ਜੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਫਿਕਰਮੰਦ ਹੈ ਕਿਸਾਨਾਂ ਪ੍ਰਤੀ ਤਾਂ ਉਹ ਆਪਣੇ 2 ਪ੍ਰਤੀਨਿਧ ਭੇਜ ਦੇ, ਬਹਿ ਜਾਣ ਉੱਥੇ ਜਾ ਕੇ ਕੁਰਸੀਆਂ ਢਾਹ ਕੇ, ਕਿਸਾਨ ਤਾਂ ਥੱਲੇ ਬੈਠਣਗੇ, ਉਹਨਾਂ ਦੀਆਂ ਗੱਲਾਂ ਸੁਣ ਲੈਣ ਤਾਂ ਸਾਰਾ ਹੀ ਪਤਾ ਲੱਗ ਜੂਗਾ ਵੀ ਕਿਸਾਨ ਚਾਹੁੰਦੇ ਕੀ ਹੈ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਅਸਲ ਦੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੈ। ਕਿਸਾਨਾਂ ਨੂੰ ਇਹ ਲੋਕ ਮਨੁੱਖ ਹੀ ਨਹੀਂ ਸਮਝਦੇ। ਬਿਲਕੁਲ ਇਹਨਾਂ ਦੇ ਲਈ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹ ਸਭ ਤੋਂ ਵੱਡੀ ਗੱਲ ਇਹਨਾਂ ਦੇ ਵਾਸਤੇ ਹੈਗੀ ਹੈ ਕਾਰਪੋਰੇਟ ਦੁਨੀਆ ਜੀ। ਹੁਣ ਤੁਸੀਂ ਆਹ ਦੇਖੋ, ਇੱਕ ਨਵਾਂ ਸਿਲਸਿਲਾ ਸ਼ੁਰੂ ਕਰਤਾ, ਕਹਿੰਦੇ ਜੀ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਸਾਨ ਨਿਧੀ ਜੀ 6-6 ਹਜ਼ਾਰ ਰੁਪਇਆ ਸਾਲ ਦਾ ਦਿੱਤਾ ਸੀ, ਪਿਛਲੇ ਸਮੇਂ ਦੇ ਵਿੱਚ ਕਹਿੰਦੇ ਜੀ ਪੈਸੇ ਵੱਧ ਚਲੇ ਗਏ। ਅੱਛਾ ਜੀ। ਜਿਹੜੇ ਕਹਿੰਦੇ ਨਜਾਇਜ਼ ਬੰਦਿਆਂ ਨੂੰ ਪੈਸੇ ਚਲੇ ਗਏ ਤੇ ਹੁਣ ਅਸੀਂ ਉਹ ਪੈਸੇ ਅਗਰਾਉਣੇ ਹੈ। ਅੱਛਾ। ਉਹਦੇ ਵਿੱਚ ਜਿਨ੍ਹਾਂ ਸਟੇਟਾਂ ਦਾ ਨਾਮ ਆਉਂਦਾ ਹੈ, ਦਾਨੇਲੀਆ ਸਾਹਿਬ, ਉਹਦੇ ਵਿੱਚ ਪੰਜਾਬ ਦਾ ਨਾਮ ਵੀ ਆਉਂਦਾ, ਉਹ ਤਾਂ ਸਪੈਸ਼ਲੀ ਆਊਗਾ। ਸਪੈਸ਼ਲੀ ਪੰਜਾਬ ਦਾ ਤਾਂ ਹੋਵੇ ਕੁਛ ਨਾ ਹੋਵੇ, ਆਉਣਾ ਹੀ ਆਉਣਾ। ਜਦੋਂ ਕਿਸੇ ਬੰਦੇ ਨੇ ਕੋਈ ਕਲੇਮ ਕੀਤਾ, ਉਹਨੇ ਕਿਹਾ ਜੀ ਮੈਨੂੰ ਦਿਓ, ਮੈਂ ਇਹਦੇ 'ਚ ਆਉਣਾ ਜੀ, ਤੁਸੀਂ ਉਹਦਾ ਜਿਹੜਾ ਸਿਸਟਮ ਪੜਤਾਲਿਆ ਕਿਉਂ ਨਹੀਂ? ਤੁਸੀਂ ਆਧਾਰ ਕਾਰਡ ਦੇ ਉੱਤੇ ਕਿਉਂ ਨਹੀਂ ਦੇਖਿਆ ਵਾ ਜੀ ਕਿ ਇਹ ਆਧਾਰ ਕਾਰਡ ਦੇ ਨਾਲ ਸਭ ਖਾਤੇ ਜੁੜੇ ਹੋਏ ਹੈ, ਆਧਾਰ ਕਾਰਡ ਦੇ ਨਾਲ ਸਾਰਾ ਕੁਝ ਜੋੜਤਾ, ਬੰਦੇ ਦੀ ਪ੍ਰਾਪਰਟੀ ਹੈ, ਆਧਾਰ ਕਾਰਡ ਨਾਲ ਤੁਸੀਂ ਇਨਕਮ ਟੈਕਸ ਦੇਖੀ ਜੁੜਿਆ ਹੋਇਆ। ਉਦੋਂ ਤੁਸੀਂ ਕਿਉਂ ਨਹੀਂ ਦੇਖਿਆ ਕਿ ਬੰਦਾ ਇਨਕਮ ਟੈਕਸ ਪੇਈ ਹੈ? ਇਹ ਤਾਂ ਡਿਜ਼ਰਵ ਹੀ ਨਹੀਂ ਕਰਦਾ, ਕਿਉਂਕਿ 2019 ਦੀਆਂ ਚੋਣਾਂ ਸਾਹਮਣੇ ਸੀ ਜੀ। 2019 ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਸਾਡੀ ਸਮਝ ਇਹ ਬਣਦੀ ਹੈ, ਜਿਹੜੀ ਉਹਨਾਂ ਨੇ ਅਰਥ ਸ਼ਾਸਤਰੀ ਨਹੀਂ ਹੈਗੇ ਸੀ ਜਿਹੜੇ ਆਪਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਇੱਕ ਤਾਂ ਹੁੰਦੇ ਸੀਗੇ ਆਪਣੇ ਉਹ ਗਵਰਨਰ ਜੀ, ਤੇ ਇੱਕ ਜਿਹੜੇ ਬੰਗਾਲ ਦੇ ਮਿਸਟਰ ਬੈਨਰਜੀ ਹੁੰਦੇ ਸੀ, ਅਭਿਸ਼ੇਕ ਬੈਨਰਜੀ ਕੇ ਕੁਛ ਹੈ, ਅਭਿਜੀਤ ਬੈਨਰਜੀ ਨੇ ਉਸ ਵੇਲੇ ਇੱਕ ਫਾਰਮੂਲਾ ਦਿੱਤਾ ਸੀ ਕਿ ਜਿਹੜੀ ਤੁਸੀਂ ਪਹਿਲਾਂ ਨੋਟਬੰਦੀ ਕੀਤੀ ਜੀ, ਫਿਰ ਤਾਲਾਬੰਦੀ ਹੋਈ, ਤਾਲਾਬੰਦੀ ਮਗਰੋਂ ਹੁੰਦੀ ਹੈ ਨੋਟਬੰਦੀ, ਨੋਟਬੰਦੀ ਦੀ ਵਜ੍ਹਾ ਕਾਰਨ ਤੁਹਾਡਾ ਸਾਰਾ ਜਿਹੜਾ ਸਿਸਟਮ ਹੈ ਉਹ ਬਲੌਕ ਹੋ ਗਿਆ, ਤੁਹਾਡੀ ਆਰਥਿਕਤਾ ਖੜੋਤ ਦੇ ਵਿੱਚ ਆ ਗਈ। ਜੇ ਤੁਸੀਂ ਆਰਥਿਕਤਾ ਨੂੰ ਠੁੰਮਣਾ ਦੇਣਾ ਹੈ ਜੀ, ਆਰਥਿਕਤਾ ਦਾ ਚੱਕਰ ਮੁੜ ਕੇ ਚਲਾਉਣਾ ਹੈ, ਤਾਂ ਤੁਹਾਨੂੰ ਇਹ ਚਾਹੀਦੀ ਹੈ ਕਿ ਹਰ ਕਿਸਾਨ ਨੂੰ 7200 ਰੁਪਈਆ ਜੀ ਪਰ ਮਹੀਨਾ ਉਹਨੂੰ ਦਿੱਤਾ ਜਾਵੇ। ਹਾਂਜੀ, ਇਹ ਇਹਨਾਂ ਨੇ ਆਪਣੀ ਮੈਨੀਫੈਸਟੋ 'ਚ ਪਾਇਆ ਸੀ 2019 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਕਿ ਅਸੀਂ 7200 ਰੁਪਈਆ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਜੀ, ਤਾਂ ਕਿ ਉਹਨਾਂ ਦੀ ਖਰੀਦ ਸ਼ਕਤੀ ਵਧਾਈ ਜਾ ਸਕੇ। ਜੇ ਖਰੀਦ ਸ਼ਕਤੀ ਉਹਨਾਂ ਦੀ ਵਧੂਗੀ, ਉਹ ਜਾ ਕੇ ਕੁਝ ਖਰੀਦਣਗੇ, ਮਾਰਕੀਟ ਫੇਰ ਹੀ ਚੱਲੂਗੀ ਨਾ, ਫੇਰ ਹੀ ਆਰਥਿਕਤਾ ਦਾ ਚੱਕਰ ਚੱਲੂਗਾ। ਉਦੋਂ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਕਿਸਾਨ ਨਿਧੀ ਦਿੰਦੇ ਹਾਂ, ਤੇ ਉਦੋਂ 2000 ਰੁਪਈਆ 4 ਮਹੀਨਿਆਂ ਮਗਰੋਂ ਕਹਿੰਦੇ ਪਾਵਾਂਗੇ, 3 ਕਿਸ਼ਤਾਂ ਦੇਵਾਂਗੇ, 6000 ਰੁਪਈਆ ਉਹਨਾਂ ਕੋਲੇ ਆ ਜੂ। 2019 ਤੋਂ ਲੈ ਕੇ 21 ਤੱਕ ਆ ਗਿਆ, ਹੁਣ ਕਹਿੰਦੇ ਜੀ ਵੱਧ ਚਲਾ ਗਿਆ ਤੇ ਵਾਪਸ ਲੈਣਾ। ਅਸਲ ਦੇ ਵਿੱਚ ਮਤਲਬ ਜਿਹੜੀ ਹੈਗੀ ਕਿਸਾਨੀ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਜੀ, ਇਹ ਉਸ ਨਫ਼ਰਤ ਦਾ ਪ੍ਰਗਟਾਵਾ ਹੈ। ਕਿੰਨੇ ਲੋਕਾਂ ਨੂੰ ਤੁਸੀਂ ਸਬਸਿਡੀਆਂ ਦਿੱਤੀਆਂ, ਕਿੱਡੇ ਵੱਡੇ ਜਿਹੜੇ ਹੈਗੇ ਕਾਰਪੋਰੇਟ ਘਰਾਣੇ, ਕਿੱਡੇ ਇੰਡਸਟਰੀਲਿਸਟ ਆ ਜਿਹਨੂੰ ਤੁਸੀਂ ਸਭ ਨੂੰ ਸਬਸਿਡੀਆਂ ਦਿੰਦੇ ਹੋ, ਪਰ ਕਿਸਾਨਾਂ ਦੇ ਨਾਂ ਦੇ ਉੱਤੇ ਜਦੋਂ ਸਬਸਿਡੀ ਦਾ ਸਵਾਲ ਆਉਂਦਾ ਹੈ ਉਦੋਂ ਆ ਕੇ ਡਿੱਕਾ ਪਾ ਦਿੰਦੇ। ਤੇ ਕਿਸਾਨ ਜੇ ਮਰ ਵੀ ਜਾਣ, ਕਹਿੰਦੇ ਜੀ ਸਾਡੇ ਕੋਲੇ ਅੰਕੜੇ ਨਹੀਂ, ਮੁਆਵਜ਼ਾ ਅਸੀਂ ਕਿੱਥੋਂ ਦੇਗੀ? ਮੇਰਾ ਖਿਆਲ ਹੈ ਵੀ ਇਦੋਂ ਮਾੜੀ ਗੱਲ ਤਾਂ, ਇਦੋਂ ਮਾੜੀ ਕੋਈ ਸਰਕਾਰ ਦੀ ਸੋਚ ਹੋ ਨਹੀਂ ਸਕਦੀ ਕਿ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਮ੍ਰਿਤਕ ਲੋਕਾਂ ਦਾ ਪਤਾ ਨਹੀਂ ਹੈ ਕਿ ਉਹਨਾਂ ਦੇ ਕਿੰਨੇ ਬੰਦੇ, ਉਹਨਾਂ ਦੀਆਂ ਮੌਤਾਂ ਕਿਵੇਂ ਹੋਈਆਂ, ਟਿੱਕਰੀ ਤੇ ਕਿੰਨੀਆਂ ਹੋਈਆਂ, ਸਿੰਘੂ ਤੇ ਕਿੰਨੀਆਂ ਹੋਈਆਂ, ਗਾਜੀਪੁਰ ਤੇ ਕਿੰਨੀਆਂ ਹੋਈਆਂ, ਪਲਵਲ ਕਿੰਨੀਆਂ ਹੋਈਆਂ ਜੀ। ਕਿਉਂ ਨਹੀਂ ਪਤਾ ਲੱਗਦਾ? ਕੱਲੀ ਚੀਜ਼ ਦਾ ਪਤਾ ਲੱਗ ਜਾਂਦਾ, ਪਰ ਉਹ ਜਦੋਂ ਕਹਿੰਦੇ ਹੁੰਦੇ ਨਾ ਬੰਦਾ ਜਦੋਂ ਬੇਸ਼ਰਮ ਜਾ ਹੋ ਜੇ, ਉਦੋਂ ਜੋ ਮਰਜ਼ੀ ਆ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ, ਅੱਖਾਂ ਹੀ ਮੀਚ ਲੈਣੀਆਂ ਨਾ, ਅੱਖਾਂ ਮੀਚ ਲੈਣੀਆਂ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਅੱਖਾਂ ਮੀਚਾਂ ਕਹਿੰਦੇ ਹੁੰਦੇ ਬਿੱਲੀ ਭੱਜਦੀ ਹੋਵੇ ਤਾਂ ਬਹੁਤ ਕੁਛ ਹੋ ਜਾਏ। ਹਾਂਜੀ। ਤੇ ਢਿੱਲੋਂ ਸਾਹਿਬ, ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ ਨੇ ਭਗਵੰਤ ਮਾਨ ਦੀ ਕੋਠੀ ਕਿਉਂ ਘੇਰਤੀ ਜੀ? ਦੇਖੋ ਜੀ, ਗੱਲ ਇਹ ਵੀ ਕਈ ਵਾਰੀ ਨਾ ਆਪਾਂ ਕਰ ਲੈਂਦੇ ਕਿ ਆਹ ਬੰਦਾ ਸਿਆਣਾ ਹੈ, ਤੇ ਸਿਆਣੇ ਬੰਦੇ ਨੂੰ ਆਪਾਂ ਪਾਰਟੀ 'ਚ ਲੈ ਲਈਏ ਤੇ ਇਹਨੂੰ ਆਪਾਂ ਕੋਈ ਜ਼ਿੰਮੇਵਾਰੀ ਸੌਂਪ ਦਈਏ ਜੀ। ਆਪਾਂ ਕਈ ਵਾਰੀ ਇਹ ਦੇਖ ਲੈਂਦੇ ਸੈਲੀਬ੍ਰਿਟੀ ਹੈ, ਸੈਲੀਬ੍ਰਿਟੀ ਨੂੰ ਅੱਗੇ ਲਾ ਲਈਏ ਤਾਂ ਆਪਾਂ ਨੂੰ ਕੁਛ ਫਾਇਦਾ ਹੋ ਜਾਊਗਾ ਜੀ। ਇੱਕ ਬੀਬੀ ਅਨਮੋਲ ਗਗਨ ਮਾਨ ਹੈ, ਚੰਗੀ ਪੜ੍ਹੀ ਲਿਖੀ ਕੁੜੀ ਹੈ, ਕਲਾਕਾਰ ਵੀ ਹੈ, ਮੇਰਾ ਖਿਆਲ ਹੈ ਸ਼ਾਇਦ ਉਹਨੇ ਫਿਲਮਾਂ ਵਗੈਰਾ 'ਚ ਵੀ ਕੰਮ ਕੀਤਾ। ਵੈਸੇ ਬੇਸਿਕਲੀ ਉਹ ਮਾਨਸਾ ਤੋਂ ਹੈ। ਅੱਛਾ ਜੀ, ਰਹਿੰਦੀ ਉੱਧਰ ਕਿਤੇ ਹੈ? ਨਹੀਂ, ਮਾਨਸਾ ਤੋਂ ਹੀ ਹੈ ਮੇਰਾ ਖਿਆਲ। ਉੱਥੇ ਕਿਤੇ ਜਿੱਥੇ ਕਿਤੇ ਉਹਦਾ ਆਪਦਾ ਕੰਮ ਵਾਲੀ ਜਗ੍ਹਾ ਹੋਊ, ਉੱਥੇ ਰਹਿੰਦੀ ਹੋਣੀ ਹੈ। ਉਹਦੇ ਪਿਤਾ ਜੀ ਜਿਹੜੇ ਹੈਗੇ ਆ, ਮੈਂ ਉਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ। ਅੱਛਾ ਜੀ।
ਉਹਦੇ ਪਿਤਾ ਜੀ ਕਿਸੇ ਜ਼ਮਾਨੇ ਦੇ ਵਿੱਚ ਲੋਕ ਭਲਾਈ ਪਾਰਟੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਦੇ ਨਾਲ ਹੁੰਦੇ ਸੀ। ਅੱਛਾ ਜੀ। ਇਹ ਕੁੜੀ ਬੜੀ ਵਧੀਆ ਹੈ, ਸਾਰਾ ਕੁਛ ਇਹਨੂੰ ਬੋਲਣ ਚੱਲਣ ਦਾ ਹਿਸਾਬ ਕਿਤਾਬ ਹੈ, ਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਇਸ ਲੜਕੀ ਨੂੰ ਆਪ ਸ਼ਾਮਲ ਕਰਵਾ ਕੇ ਇਹਨੂੰ ਮੇਰੇ ਖਿਆਲ ਯੂਥ ਵਿੰਗ ਦੇ ਵਿੱਚ ਕੋਈ ਅਹੁਦੇਦਾਰੀ ਵੀ ਦਿੱਤੀ ਜੀ। ਔਰ ਪਿੱਛੇ ਜੇ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਲਿਸਟ ਜਾਰੀ ਕੀਤੀ ਹੈ ਵੱਖ-ਵੱਖ ਹਲਕਿਆਂ ਤੋਂ। ਵੈਸੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਦਰ ਫੁੱਟ ਕਈ ਫੁੱਟਾਂ ਪੈ ਗਈਆਂ ਜੀ ਹਾਂ, ਬਹੁਤ ਕੁਝ ਬੰਦੇ ਤਾਂ ਜਿਵੇਂ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਜੁਆਇਨ ਕਰ ਗਿਆ ਸੀ, ਤੇ ਉਹ ਤੋਂ ਬਾਅਦ ਤੁਸੀਂ ਦੇਖੀਏ ਆਪਾਂ ਇੱਕ ਅਮਰਜੀਤ ਸੰਦੋਆ ਹੁੰਦਾ ਸੀ, ਉਹ ਪਹਿਲਾਂ ਕਾਂਗਰਸ ਜੁਆਇਨ ਕਰ ਗਿਆ ਸੀ, ਫਿਰ ਉਹਨੇ ਵਾਪਸੀ ਕਰ ਲਈ ਜੀ। ਕਾਫੀ ਕੁਛ ਹੈਗੀ ਹੈ। ਜਿਵੇਂ ਬਠਿੰਡੇ ਦੇ ਵਿੱਚ ਵੀ ਇੱਕ ਦੀਪਕ ਬਾਂਸਲ ਹੁੰਦਾ ਸੀ ਜਿਹਨੇ ਬਠਿੰਡਾ ਤੋਂ ਚੋਣ ਲੜੀ ਸੀ। ਸਰਦਾਰ ਸੁਖਪਾਲ ਸਿੰਘ ਖਹਿਰਾ ਜਦੋਂ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ ਉਦੋਂ ਉਹ ਉਹਨਾਂ ਦਾ ਪੀਏ ਬਣ ਗਿਆ, ਸਰਕਾਰੀ ਪੀਏ ਸੀ। ਸਰਕਾਰੀ ਪੀਏ ਨੂੰ ਤਨਖਾਹ ਵੀ ਮਿਲਦੀ ਹੁੰਦੀ ਹੈ, ਹੁਣ ਪਤਾ ਹੀ ਆਪਾਂ ਨੂੰ। ਹਾਂਜੀ ਬਿਲਕੁਲ। ਉਹ ਬਾਅਦ ਦੇ ਵਿੱਚ ਜਦੋਂ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗੀ ਕੇਜਰੀਵਾਲ ਸਾਹਿਬ ਨੇ, ਹਾਂਜੀ, ਉਹਦੇ ਤੇ ਜਿਹੜੇ ਹੈਗਾ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦਾ ਗਰੁੱਪ ਟੈਂਡਰ ਗਿਆ। ਅੱਛਾ ਜੀ। ਦੁਖੀ ਹੋ ਗਿਆ ਵੀ ਤਾਂ ਜੀ ਬਹੁਤ ਮਾੜੀ ਗੱਲ ਕੀਤੀ ਹੈ ਤੁਸੀਂ ਸਾਰਾ ਤਾਂ ਪੰਜਾਬ ਜਿਹੜਾ ਹੈਗਾ ਸਾਡਾ ਪਾਰਟੀ ਦਾ ਸਾਰੇ ਕਾਡਰ ਨੂੰ ਇਹ ਗੱਲ ਕਹਿੰਦਾ ਕਹੋ ਵੀ ਮੈਂ ਇਲਜ਼ਾਮ ਲਾਉਣਾ ਵੀ ਇਹ ਸਮਗਲਰ ਹੈ ਤੇ ਤੁਹਾਡੇ ਤੇ ਇੱਕ ਨਿੱਕਾ ਜਿਹਾ ਦਾਵਾ ਹੋਇਆ ਮਾਨਹਾਨੀ ਦਾ। ਭਲਿਆ ਮਾਨਸੋ, ਤੁਸੀਂ ਸਾਡੇ ਐਡੇ ਵੱਡੇ ਲੀਡਰ ਹੋ ਤੇ ਤੁਸੀਂ ਮਾਫੀ ਮੰਗ ਲਈ ਤੇ ਸਾਨੂੰ ਪੁੱਛਿਆ ਦੱਸਿਆ ਤੱਕ ਨਹੀਂ ਜੀ। ਉਹਦਾ ਨਤੀਜਾ ਕੀ ਹੋਇਆ ਕਿ ਇੱਕ ਜਿਹੜਾ ਹੈਗਾ ਮੇਲ ਭੇਜਤੀ, ਇੱਕ ਲਾਈਨ ਦੀ ਸੁਨੇਹਾ ਭੇਜਤਾ, ਲਓ ਜੀ ਇਹਨੂੰ ਅਸੀਂ ਵਿਰੋਧੀ ਧਿਰ ਤੋਂ ਹਟਾਤਾ ਤੇ ਹਰਪਾਲ ਸਿੰਘ ਚੀਮਾ ਬਣਾਤਾ ਜੀ। ਤੇ ਉਹ ਦੀਪਕ ਬਾਂਸਲ ਵੀ ਖਹਿਰਾ ਸਾਹਿਬ ਦੇ ਨਾਲ ਹੀ ਚਲਾ ਗਿਆ ਸੀ, ਹੁਣ ਉਹ ਵੀ ਵਾਪਸ ਆ ਗਿਆ। ਤੇ ਮੈਂ ਤਾਂ ਕੱਲ ਦੇਖ ਰਿਹਾ ਸੀ, ਕੱਲ ਮੈਨੂੰ ਵੀ ਇੱਕ ਟੈਲੀਫੋਨ ਜਾਇਆ, ਇੱਕ ਰਿਕਾਰਡ ਦਾ ਟੈਲੀਫੋਨ ਨਹੀਂ ਹੁੰਦਾ, ਹਾਂ ਰਿਕਾਰਡ ਮੈਸੇਜ ਆ ਜਾਂਦਾ ਜੀ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਕੇਜਰੀਵਾਲ ਸਾਹਿਬ ਉਹਨਾਂ ਨੇ ਜਿਹੜਾ ਲੋਕਾਂ ਨਾਲ ਇਹ ਪ੍ਰੋਮਿਸ ਕੀਤਾ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਆ ਗਈ 300 ਯੂਨਿਟ ਬਿਜਲੀ ਤੁਹਾਨੂੰ ਮੁਫਤ ਦੇਵਾਂਗੇ ਔਰ ਬਾਕੀ ਜਿਹੜੀ ਹੈਗੀ 24 ਘੰਟੇ ਬਿਜਲੀ ਦੇਵਾਂਗੇ ਵਗੈਰਾ ਵਗੈਰਾ, ਉਹ ਸਾਰਾ ਕੁਝ ਪਾ ਕੇ ਮਤਲਬ ਉਹਨੇ ਵੀ ਇੱਕ ਆਪਦਾ ਅਹਿਸਾਸ ਕਰਾਤਾ ਕਿ ਮੈਂ ਵੀ ਭਾਈ ਹੁਣ ਹਲਕਾ ਇੰਚਾਰਜ ਹੈਗਾ, ਭਾਵੇਂ ਮੈਂ ਜਾਇਆ ਸੀ ਖਹਿਰਾ ਸਾਹਿਬ ਨਾਲ ਤੇ ਮੁੜ ਕੇ ਵਾਪਸ ਆ ਗਿਆ। ਇੱਦਾਂ ਹੀ ਜੇ ਆਪਾਂ ਦੇਖੀਏ ਤੇ ਖਹਿਰਾ ਸਾਹਿਬ ਦੀ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ, ਉਸ ਟੀਮ ਦੇ ਵਿੱਚ ਇੱਕ ਜਿਹੜਾ ਬਹੁਤ ਪ੍ਰੋਮੀਨੈਂਟ ਨਾਂ ਸੀ ਉਹ ਸੀ ਸਰਦਾਰ ਕੰਵਰ ਸੰਧੂ ਦਾ ਜੀ। ਕੰਵਰ ਸੰਧੂ ਦਾ ਤੁਸੀਂ ਤੁਹਾਡੇ ਯਾਦ ਹੋਣਾ ਕਿ ਜਿਹੜੇ ਇਹਨਾਂ ਨੇ ਮੈਨੀਫੈਸਟੋ ਜਾਰੀ ਕੀਤੇ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਜੀ, ਇੱਕ ਮੈਨੀਫੈਸਟੋ ਨਹੀਂ ਕਈ ਮੈਨੀਫੈਸਟੋ ਕੀਤੇ ਸੀ। ਕਿਸਾਨਾਂ ਵਾਸਤੇ ਅਲੱਗ ਮੈਨੀਫੈਸਟੋ, ਦੁਕਾਨਦਾਰਾਂ ਵਾਸਤੇ ਅਲੱਗ ਜੀ। ਤੇ ਮੈਨੂੰ ਤਾਂ ਇੱਕੋ ਹੀ ਦਾਨੇ ਵਾਲੀ ਸਾਹਿਬ ਸ਼ਾਇਦ ਆਪਾਂ ਇਕੱਠੇ ਹੀ ਸੀ ਜਦੋਂ ਕਿਸਾਨਾਂ ਵਾਲਾ ਮੈਨੀਫੈਸਟੋ ਤਿਆਰ ਕਰਨ ਵਾਸਤੇ ਕੰਵਰ ਸੰਧੂ ਸਾਹਿਬ ਇੱਥੇ ਆਏ ਸੀ ਕਿਸੇ ਮਤਲਬ ਮੈਰਿਜ ਕੋਟ ਸ਼ਮੀਰ ਦੇ ਕੋਲੇ, ਤੇ ਉੱਥੇ ਉਹਨਾਂ ਨੇ ਬੈਠ ਕੇ ਕਿੱਡੀ ਮਤਲਬ ਵੀ ਮਿਹਨਤ ਕਰਕੇ ਉਹਨਾਂ ਨੇ ਮੈਨੀਫੈਸਟੋ ਤਿਆਰ ਕੀਤਾ ਸੀ। ਮਤਭੇਦ ਉਹਨਾਂ ਦੇ ਵੀ ਆਹੀ ਸੀ ਜੀ, ਪੰਜਾਬ ਦੀ ਪਾਰਟੀ ਨੂੰ ਖੁਦ ਮੁਖਤਿਆਰੀ ਦਿਓ, ਪੰਜਾਬ ਦੀ ਪਾਰਟੀ ਆਪਣੇ ਪੱਧਰ ਤੇ ਫੈਸਲੇ ਕਰ ਲੇ, ਤੇ ਉਹਨਾਂ ਨੇ ਵੀ ਮਤਲਬ ਜਿਹੜੀ ਆਮ ਆਦਮੀ ਪਾਰਟੀ ਖਹਿਰਾ ਸਾਹਿਬ ਦੇ ਨਾਲ ਹੀ ਛੱਡਤੀ ਸੀ। ਉਹ ਖਰੜ ਤੋਂ MLA ਜੀ। ਬਾਕੀ ਸਾਰੇ ਜਿਹੜੇ ਖਹਿਰਾ ਸਾਹਿਬ ਪਿਰਮਲ ਸਿੰਘ ਤੇ ਤੁਹਾਡਾ ਕੀ ਆਪਣਾ ਜਗਦੇਵ ਸਿੰਘ ਕਮਾਲੂ, ਇਹ ਤਾਂ ਪਿਛਲੇ ਦਿਨਾਂ 'ਚ ਕਾਂਗਰਸ ਪਾਰਟੀ ਸ਼ਾਮਲ ਹੋ ਗਏ। ਇਹਨਾਂ ਨੇ ਆਪਣੇ ਅਸਤੀਫੇ ਵੀ ਦੇ ਦਿੱਤੇ ਆ, ਭਾਵੇਂ ਅਸੈਂਬਲੀ ਤੋਂ ਅਸਤੀਫੇ ਹਾਲੇ ਇਹਨਾਂ ਦੇ ਪ੍ਰਵਾਨ ਨਹੀਂ ਹੋਏ। ਕੰਮ ਉਹ ਤਾਂ ਆਪਾਂ ਨੂੰ ਪਤਾ ਹੈ ਵੀ ਆਉਣਾ ਇੱਧਰ ਸੀਗਾ, ਸਾਂਭ ਕੇ ਰੱਖੇ ਸੀ। ਪਹਿਲਾਂ ਸ਼ਿਕਾਇਤਾਂ ਵੀ ਕੀਤੀਆਂ ਸੀਗੀਆਂ, ਜੋ ਧੱਜੀਆਂ ਉਡਾਈਆਂ ਨਾ ਐਤਕੀਆਂ ਚੱਕ ਤੇ ਫੱਟੇ। ਹਾਂ ਤਾਂ ਉਹ ਸਪੀਕਰ ਨੇ ਵੀ ਮਤਲਬ ਸਪੀਕਰਾਂ ਵਾਲੀ ਗੱਲ ਨਹੀਂ ਕੀਤੀ, ਉਹਨੇ ਵੀ ਕਾਂਗਰਸ ਦੇ ਚੌਕੀਦਾਰ ਵਾਲੀ ਕੀਤੀ। ਅਜੇ ਕਾਂਗਰਸ ਵਾਲੀ ਗੱਲ ਕਰ ਲੈ, ਫਿਰ ਵੀ ਚੌਕੀਦਾਰ ਵਾਲੀ ਕੀਤੀ ਵੀ ਜਿਵੇਂ ਚੌਕੀਦਾਰ ਨੂੰ ਕਹਿੰਦੇ ਭਾਈ ਤੂੰ ਨਿਗਾਹ ਰੱਖੀ ਬੰਦਾ ਨਾ ਅੰਦਰ ਵੜ ਜੇ, ਨਿਕਲ ਨਾ ਜਾਵੇ। ਉਹ ਸਪੀਕਰ ਨੂੰ ਕਹਿੰਦਾ ਲੈ ਵੀ ਅਸੈਂਬਲੀ ਦੇ ਵਿੱਚੋਂ ਕੋਈ ਬੰਦਾ ਨਿਕਲ ਨਾ ਜਾਵੇ, ਆਪਾਂ ਨੂੰ ਲੋੜ ਹੈ ਇਹਨਾਂ ਦੀ ਵੀ। ਨਾਲ ਉਹ ਡਰ ਹੋਰ ਵੀ ਸੀ ਕਿ ਜੇ ਬਾਈ ਇਲੈਕਸ਼ਨ ਕਰਾਉਣੀ ਵੀ ਹੈਗੀ ਹਾਰ ਗਏ ਤੇ ਫਿਰ ਮੁੜ ਕੇ ਜਿਹੜੀ ਬਾਈ ਵਾਲੀ ਕਿਵੇਂ ਫਿਰ ਬਾਈ ਤਾਂ ਫਿਰ ਭੱਜ ਜਾਣਗੇ। ਪਤਾ ਸੀ ਨਾ ਆਪਦੇ ਵਿੱਚ ਆਪਣੇ ਕਿੰਨਾ ਕੁ ਤਾਕਤ ਹੈ। ਹਾਂ ਉਹ ਇਸ ਕਰਕੇ ਮਤਲਬ ਜਿਹੜਾ ਹੈਗਾ ਉਹ ਆਉਗੇ। ਪਰ ਕੰਵਰ ਸੰਧੂ ਸਾਹਿਬ ਨੇ ਨਾ ਤਾਂ ਪਾਰਟੀ ਛੱਡੀ ਹੈ ਨਾ ਉਹਨਾਂ ਨੇ ਅਸਤੀਫਾ ਦਿੱਤਾ। ਜਦੋਂ ਕੰਵਰ ਸੰਧੂ ਗਏ ਸੀ ਥੋੜਾ ਜਿਹਾ ਤਾਂ ਉਦੋਂ ਮਤਲਬ ਉਹਨਾਂ ਨੇ ਇਹ ਗੱਲ ਕਹੀ ਸੀ ਸਾਡਾ ਆ ਪ੍ਰੋਟੈਸਟ ਹੈ। ਟੈਕਨੀਕਲੀ ਅੱਜ ਵੀ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ, ਪਰ ਇਹਨਾਂ ਸੱਜਣਾ ਨੇ ਕੀ ਕੀਤੀ ਕਿ ਬੀਬੀ ਜਿਹੜੀ ਅਨਮੋਲ ਗਗਨ ਮਾਨ ਹੈ ਉਹਨੂੰ ਖਰੜ ਦਾ ਇੰਚਾਰਜ ਲਾਤਾ। ਅੱਛਾ ਜੀ। ਖਰੜ ਦਾ ਇੰਚਾਰਜ ਤਾਂ ਉਹ ਬੀਬੀ ਲੱਗ ਗਈ। ਉਦੋਂ ਵੀ ਕਿੰਤੂ ਪਰੰਤੂ ਥੋੜਾ ਜਿਹਾ ਉੱਠਿਆ ਸੀ ਜੀ ਵੀ ਅਜੇ ਤੱਕ ਤਾਂ ਹੈਗੇ ਆ ਸੰਧੂ ਸਾਹਿਬ ਨੂੰ ਮਨਾਇਆ ਜਾ ਸਕਦਾ ਸੀ, ਪ੍ਰੋਮੀਨੈਂਟ ਸ਼ਖਸੀਅਤ ਹੈ, ਐਡੇ ਵੱਡੇ ਪੱਤਰਕਾਰ ਰਹੇ ਔਰ ਅਜੇ ਵੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਵੀ ਉਹਨਾਂ ਨੂੰ ਗੱਲ ਠੀਕ ਨਹੀਂ ਕੀਤੀ। ਉਹ ਜਦੋਂ ਬੰਦਾ ਹੁੰਦਾ ਨਾ ਨਵਾਂ ਬਣਿਆ ਹੁੰਦਾ ਤੇ ਫਿਰ ਉਹ ਅੱਲਾ ਵਾਲੀ ਕਰਦਾ ਵੀ ਕਿ ਮੈਂ ਪਛਾਣ ਨਾ ਰਹਿ ਜਾ। ਉਹ ਕਰਦਿਆਂ ਉਸ ਬੀਬੀ ਨੇ ਕੋਈ ਵਿਵਾਦਤ ਟਿੱਪਣੀ ਕਰਤੀ ਸੰਵਿਧਾਨ ਨਾਲ ਸੰਬੰਧਿਤ। ਉਸ ਵਿਵਾਦਿਤ ਕਾਹਨੂੰ ਸੀ ਢਿੱਲੋਂ ਸਾਹਿਬ? ਗੱਲ ਤਾਂ ਇਹ ਹੁੰਦਾ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ, ਜਿਵੇਂ ਤੁਸੀਂ ਆਖਿਆ ਨਾ ਨਵਾਂ ਅੱਲਾ ਬਾਲੀ ਕਰਦਾ, ਉਹਨੇ ਕਹਿਣਾ ਤਾਂ ਕਾਨੂੰਨ ਸੀ ਤੇ ਕਹਿ ਗਈ ਵਿਧਾਨ। ਅੱਛਾ ਕੀ ਕਿਹਾ ਕਿਸੇ ਉਹ ਕਹਿੰਦੀ ਵੀ ਜਿਹੜੇ ਲੀਡਰ ਹੈ ਇਹ ਵਿਧਾਨ ਦਾ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ
ਠੀਕ ਹੈ ਜੀ, ਇਹ ਕਨਸਟੀਟਿਊਸ਼ਨ ਦਾ ਗਲਤ ਹੈ ਕਹਿੰਦੀ, ਇਹਦੇ ਵਿੱਚ ਆਹ ਚੀਜ਼ ਹੋਣੀ ਚਾਹੀਦੀ ਹੈ। ਕਨਸਟੀਟਿਊਸ਼ਨ ਦਾ ਮਤਲਬ ਕਿ ਵੀ ਇਹ ਮੁੱਕਰ ਜਾਂਦੇ ਆ ਜੀ, ਇਹ ਐਂ ਹੋਣਾ ਚਾਹੀਦਾ ਸੀ, ਤਾਂ ਵੀ ਉਹ ਕਹਿੰਦੀ ਵੀ ਇਹ ਗਲਤ ਹੈ, ਕਾਨੂੰਨ ਬਣਨਾ ਚਾਹੀਦਾ ਇਹਦਾ, ਵੀ ਜਿਹੜਾ ਬੰਦਾ ਪਬਲਿਕ ਡਾਕੂਮੈਂਟ ਬਣਨਾ ਚਾਹੀਦਾ, ਜਿਵੇਂ ਇਹਨੂੰ ਆਪਾਂ ਕਹਿੰਦੇ ਕਿ ਲੀਗਲ ਡਾਕੂਮੈਂਟ ਬਣਨਾ ਚਾਹੀਦਾ, ਜਿਵੇਂ ਬਣਨਾ ਆਪਾਂ ਸ਼ੁਰੂ ਦੀ ਗੱਲ ਕਰਦੇ ਇਹਨੂੰ ਕਹਿੰਦੇ ਆਪਾਂ ਆਪਣੇ ਨੂੰ ਤੁਹਾਡੇ ਮੈਨੀਫੈਸਟੋ ਨੂੰ। ਉਹ ਸੀ ਤਾਂ ਉਹਦਾ ਕਹਿੰਦਾ, ਅਸਲ ਤਾਂ ਉਹਦੀ ਭਾਵਨਾਵਾਂ ਗਲਤ ਨਹੀਂ ਸੀ। ਜੇ ਮੈਂ ਤੁਹਾਨੂੰ ਆਖਾਂ, ਮੈਂ ਉਹਨੂੰ ਕੁੜੀ ਨੂੰ ਜਾਣਦਾ ਨਹੀਂ, ਪਰ ਗੱਲ ਕੀ ਹੁੰਦੀ, ਬਤੌਰ ਪੱਤਰਕਾਰ ਸਾਨੂੰ ਇਹ ਵੀ ਸਮਝਣਾ ਚਾਹੀਦਾ ਵੀ ਇਹ ਗੱਲ ਪਿੱਛੇ ਦੀ ਭਾਵਨਾ ਕੀ ਹੈ। ਪਰ ਜੇ ਵੱਡਾ ਲੀਡਰ ਹੁੰਦਾ ਤਾਂ ਸਾਡੇ ਪੱਤਰਕਾਰਾਂ ਨੇ ਟੰਗ ਸਲਿੱਪ ਕਰ ਗਈ, ਟੰਗ ਸਲਿੱਪ ਕਰਤੀ ਉਹ, ਪਰ ਉਹ ਅਜੇ ਛੋਟੀ ਹੈ ਨਾ, ਫਿਰ ਉਹਨੂੰ ਰਗੜਾ ਫੇਰੀ ਜਾਂਦੇ, ਉਹਨੂੰ ਰਗੜਾ ਫੇਰਤਾ, ਉਹਨੂੰ ਕਹਿੰਦਾ ਵੀ ਉਹਨੇ ਜੀ ਵਿਵਾਦਿਤ ਟਿੱਪਣੀ ਕਰਤੀ। ਹਾਲਾਂਕਿ ਵਿਵਾਦਿਤ ਟਿੱਪਣੀ ਨਹੀਂ, ਮਤਲਬ ਹੈ ਵੀ ਉਹਨੂੰ ਜਾਣਕਾਰੀ ਇੰਨਾ ਕੋ, ਮਤਲਬ ਜਿਹੜਾ ਡਿਫਰੈਂਸ਼ੀਏਟ ਕਰਨਾ ਰਹਿ ਗਿਆ ਵੀ ਸੰਵਿਧਾਨ ਤੇ ਮੈਨੀਫੈਸਟੋ ਹੈ ਜਿਹੜਾ, ਕਾਨੂੰਨ ਚ ਕੀ ਫਰਕ ਹੈ? ਹਾਂ, ਕਾਨੂੰਨ ਤਾਂ ਬਹੁਤ ਐਕਟ ਬਣੇ ਵੀ, ਹਾਂ, ਕਨਸਟੀਟਿਊਸ਼ਨ ਤੋਂ ਪਾਸੇ ਜਿਹੜੀ ਦੋਹਾਂ ਨੂੰ ਮਿਲਗੋਬਾ ਕਰ ਗਈ, ਕਾਨੂੰਨ ਨੂੰ ਸੰਵਿਧਾਨ ਕਹੇਗੀ ਬਸ। ਇੰਡੀਅਨ ਪੀਨਲ ਕੋਡ ਹੈ ਜਿਹੜਾ, ਇੰਡੀਅਨ ਪੀਨਲ ਕੋਡ ਕਾਨੂੰਨ ਹੀ ਕਾਨੂੰਨ ਹੈ ਸਾਰੇ, ਉਹਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ ਹੈ, ਆਰਟੀਕਲ ਨੇ, ਕਨਸਟੀਟਿਊਸ਼ਨ ਜਿਹੜਾ ਹੈਗਾ, ਕਨਸਟੀਟਿਊਸ਼ਨ ਦੇ ਤਾਂ ਹੋਰ ਚੀਜ਼ ਹੈ। ਚਲੋ ਉਹਨੇ ਵਿਚਾਰੀ ਨੇ ਕਹਿਤਾ, ਫਿਰ ਮੇਰਾ ਖਿਆਲ ਹੈ ਜੀ ਹੁਣ ਇਹ ਗੱਲ ਹੋ ਗਈ ਵੀ ਸਾਡੇ ਵਾਲੇ ਪ੍ਰਧਾਨ ਜੀ ਤਾਂ ਫਿਰ ਅੱਜ ਕੱਲ੍ਹ ਪਾਰਲੀਮੈਂਟ ਚੁੱਲ ਜਾਵੇ, ਆਪਣੇ ਜਿਹੜੇ ਹੈਗੇ ਆ ਪ੍ਰਧਾਨ ਸਾਹਿਬ। ਅੱਛਾ ਜੀ। ਬੜੀ ਅੱਜ ਮੈਂ ਅਜੀਬੋ ਗਰੀਬ ਸਥਿਤੀ ਦੇਖੀ ਇੱਕ, ਉਸ ਆਪਾਂ ਪਹਿਲੀ ਖਬਰ ਨਾਲ ਵੀ, ਕੱਲ੍ਹ ਜਦੋਂ ਪ੍ਰਧਾਨ ਜੀ ਤੇ ਬੀਬਾ ਜੀ ਖੜੇ ਸੀ, ਨਾਲ ਭੂੰਦੜ ਸਾਹਿਬ ਵੀ ਖੜੇ ਸੀਗੇ, ਗੁਜਰਾਲ ਸਾਹਿਬ ਵੀ ਖੜੇ ਸੀ, ਤੇ ਕੀ ਉਹ ਆਪਣੇ ਯੂਪੀ ਵਾਲੇ ਵੀ ਜਿਹੜੇ ਰਾਜ ਸਭਾ ਦੇ ਮੈਂਬਰ ਮਿਸ਼ਰਾ ਜੀ, ਉਹ ਵੀ ਖੜੇ ਸੀਗੇ, ਤੇ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੀ ਹੈਗੀ ਤਖਤੀਆਂ ਫੜੀਆਂ ਸੀ। ਤਖਤੀਆਂ ਦੇ ਉੱਤੇ ਲਿਖਿਆ ਸੀ, ਪੰਜਾਬੀ 'ਚ ਕੀ ਦੱਸਣਾ ਮੈਂ, ਉੱਤੇ ਲਿਖਿਆ ਸੀ, ਸ਼ਰਮ ਕਰੋ, ਦੇਸ਼ ਦੇ ਅੰਨਦਾਤੇ ਦੀ ਬੁਰੀ ਹਾਲਤ ਹੈ, ਤੁਸੀਂ ਦੇਸ਼ ਦੇ ਅੰਨਦਾਤੇ ਦੇ ਖਿਲਾਫ ਕਾਨੂੰਨ ਬਣਾਤੇ, ਜਿਹੜੇ ਆਰਡੀਨੈਂਸ ਦੀ ਆਪ ਪਿਛਲੀ ਵਾਰੀ ਵੀ ਖੜੇ ਸੀ ਜਦੋਂ ਪਿੱਠ ਪਿੱਛੇ ਲੁਕੋਲੇ ਸੀ। ਐਤਕੀ ਹੋਰ ਹੋਇਆ, ਐਤਕੀ ਪਿੱਠ ਪਿੱਛੇ ਨਹੀਂ ਲੁਕੋਇਆ, ਐਤਕੀ ਜਦੋਂ ਖੜੇ ਸੀ ਤੇ ਤੋਮਰ ਤੁਰਿਆ ਹੋਵੇ, ਤੇ ਇਹ ਪ੍ਰਧਾਨ ਜੀ ਦੇ ਹੱਥ ਸਾਹਮਣੇ ਦਿੱਤਾ, ਤੋਮਰ ਖੜ ਗਿਆ ਜੀ, ਤੋਮਰ ਨੇ ਖੜ ਕੇ ਫਿਰ ਪੜ੍ਹਿਆ, ਪੜ੍ਹ ਕੇ ਫਿਰ ਕੁਝ ਬੋਲਿਆ ਵੀ, ਹੁਣ ਆਪਾਂ ਨੂੰ ਸੁਣਿਆ ਤਾਂ ਹੈ ਨਹੀਂ, ਪਰ ਉਹਦਾ ਮੂੰਹ ਦੱਸਦਾ ਵੀ ਉਹ ਕੁਝ ਬੋਲਿਆ। ਪ੍ਰਧਾਨ ਜੀ ਵੀ ਮੁਸ਼ਕੜੀਆਂ ਜੀ, ਮਤਲਬ ਹੱਸੇ ਜੇ ਵੀ, ਮੈਂ ਤਾਂ ਜੀ ਬਸ ਹੁਣ ਸਾਨੂੰ ਖੜਨਾ ਪੈਂਦਾ ਜੀ, ਇਹ ਤੁਸੀਂ ਸਿਆਣੇ ਹੀ ਹੋ ਵੀ ਜੀ, ਹਾਂਜੀ 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 ਹਾਂਜੀ। ਉਹ ਪਹਿਲੇ ਤੋਂ ਆਪ ਬੋਲਤੇ ਥੇ ਸੀ ਕਿ ਹੱਕ ਮੈਂ, ਅਗਲਾ ਕਹਿ ਹੀ ਦਿੰਦਾ, ਹਾਂ, ਉਹ ਝੂਠ ਬੜੇ ਆ ਬੀਜੇਪੀ ਵਾਲੇ, ਬਾਲੇ ਹਾਂਜੀ, ਉਹ ਸੀ। ਤੇ ਹੁਣ ਉਹ ਤਾਂ ਉਹ ਇਸ ਕੰਮ 'ਚ ਲੱਗੇ ਹੋਏ ਆ, ਉੱਥੇ ਰੋਜ਼ ਮੁਜ਼ਾਹਰਾ ਵੀ ਕਰਦੇ ਆ, ਬਾਹਰ ਅੰਦਰ ਵੀ ਰੌਲਾ ਪਾਉਂਦੇ ਆ, ਕਿਉਂਕਿ ਕਿਸਾਨਾਂ ਨੇ ਜਿਹੜਾ ਵੋਟਰ ਵਿਪ ਜਾਰੀ ਕੀਤਾ ਵਾ, ਉਹ ਬੜਾ ਕਲੱਲਾ ਹੈ ਜੀ। ਵੋਟਰ ਵਿਪ ਕਹਿੰਦਾ ਵੀ ਜੇ ਤੁਸੀਂ ਇੱਧਰ ਉੱਧਰ ਹੋਏ, ਜੇ ਤੁਸੀਂ ਰੌਲਾ ਨਾ ਪਾਇਆ, ਜੇ ਤੁਸੀਂ ਬਾਈਕਾਟ ਕੀਤਾ, ਤਾਂ ਫਿਰ ਵੇਖ ਲਿਓ, ਉਹ ਹੋਊਗੀ ਜਿਹੜੀ ਅਰਨ ਰੰਗ ਨਾਲ ਹੋਈ ਹੈ, ਉੱਥੇ ਮਲੋਟ ਹੋਈ ਹੈ ਉਹ ਵਾਲੀ, ਲੰਬੇ ਪੇ ਗਧੇ ਨਾਲ ਜਿਹੜੀ ਉਹ ਫਿਰ ਮੇਰਾ ਖਿਆਲ ਉਧਰ ਲੱਗਿਆ। ਤੇ ਉਹਨਾਂ ਨੇ ਜੀ ਫਿਰ ਇਹ ਜਸਵੀਰ ਸਿੰਘ ਗੜੀ ਸਾਹਿਬ ਹੈ, ਗੜੀ ਸਾਹਿਬ ਜਿਹੜੇ ਹੈਗੇ ਆ, ਉਹ ਬਸਪਾ ਦੇ ਪ੍ਰਧਾਨ ਹੈ, ਮੇਰਾ ਖਿਆਲ ਫਿਰ ਡਿਊਟੀ ਉਹਨਾਂ ਦੀ ਲਾਤੀ। ਅੱਛਾ ਜੀ, ਵੀ ਭਾਈ ਤੁਸੀਂ ਹੁਣ ਕਰੋ ਕੁਛ, ਵੀ ਤੁਸੀਂ ਉਹ ਕੁਛ ਕਰੋ। ਕੱਲ ਜੀ ਫਿਰ ਉਹ ਲੈ ਕੇ ਆਪਦਾ ਆਮ ਆਦਮੀ ਪਾਰਟੀ ਦਾ ਸਾਰਾ ਲਾਮ ਲਸ਼ਕਰ ਪਹੁੰਚ ਗਏ ਸੰਗਰੂਰ ਪਹੁੰਚ ਕੇ ਪਹਿਲਾਂ ਤਾਂ ਜੀ ਸ਼ਹਿਰ ਦੇ ਵਿੱਚ ਸਾਈਕਲ ਮਾਰਚ ਕੱਢਿਆ। ਅੱਛਾ ਜੀ। ਸਾਈਕਲ ਮਾਰਚ ਕਰਕੇ ਫਿਰ ਇੱਕ ਵੱਡੀ ਰੈਲੀ ਕੀਤੀ। ਵੱਡੀ ਰੈਲੀ ਕਿੱਥੇ ਕੀਤੀ ਜੀ? ਵੱਡੀ ਰੈਲੀ ਕੀਤੀ ਉਹਦੇ ਆਪਣੇ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਘੇਰ ਕੇ। ਅੱਛਾ ਜੀ। ਤੇ ਭਗਵੰਤ ਸਿੰਘ ਮਾਨ ਤੋਂ ਮੰਗ ਕੀ ਕਰ ਰਿਹਾ ਕਿ ਇਹ ਕੁੜੀ ਹੈ ਨਾ ਜਿਹੜੀ ਅਨਮੋਲ ਗਗਨ ਮਾਨ, ਇਹਨੂੰ ਜੀ ਬਰਖਾਸਤ ਕਰੋ, ਆਪਦੀ ਪਾਰਟੀ ਚੋਂ ਕੱਢੋ। ਅੱਛਾ, ਵੀ ਇਹ ਉਹਨਾਂ ਦੀ ਪਾਰਟੀ ਦਾ ਮਸਲਾ ਹੈ। ਉਹਨਾਂ ਦਾ ਵੈਸੇ ਢਿੱਲੋਂ ਸਾਹਿਬ ਬੜੀ ਹੈਰਾਨੀ ਦੀ ਗੱਲ ਹੁੰਦੀ ਆ, ਮਸਲਾ ਕਿਸੇ ਦੇ ਘਰ ਦਾ, ਬਿਆਨ ਐਵੇਂ ਦੂਜੇ ਤਿੰਗੜੀ ਜਾਂਦੇ, ਕਹਿੰਦੇ ਹੁੰਦੇ ਵੀ ਉਹ ਹੈ ਨਹੀਂ, ਉਹ ਤਾਂ ਗੱਲ ਹੈ ਵੀ ਤੁਸੀਂ ਕਹੋ, ਜਾਂ ਤਾਂ ਤੁਸੀਂ ਕਹੋ ਵੀ ਭਾਈ ਉਹਨੇ ਜੇ ਕੋਈ ਗਲਤ ਗੱਲ ਕੀਤੀ ਤਾਂ ਪਰਚਾ ਦਰਜ ਕਰੋ, ਇਹ ਡਿਮਾਂਡ ਕਰੋ ਵੀ ਤੁਸੀਂ ਉਹਨੂੰ ਦੀ ਪਾਰਟੀ ਚੋਂ ਕੱਢੋ। ਇਹ ਤਾਂ ਪਾਰਟੀ ਵਾਲਿਆਂ ਨੇ ਦੇਖਣਾ ਕੱਢਣਾ ਕਿ ਨਹੀਂ, ਵੀ ਉਹਨਾਂ ਨੇ ਕੱਢਣਾ ਕਿ ਨਹੀਂ ਕੱਢਣਾ। ਜੇ ਹੁਣ ਉਹਨਾਂ ਨੇ ਕੱਲ ਨੂੰ ਕਹਿ ਦਿੱਤਾ ਜੀ ਚੰਗਾ ਤੁਹਾਨੂੰ ਸਾਰਿਆਂ ਨੂੰ ਕੱਢ ਦਿਓ, ਮਾਇਆਵਤੀ ਨੂੰ ਕੱਢ ਦਿਓ, ਤੁਸੀਂ ਕੱਢ ਦੋਗੇ, ਇਹ ਤਾਂ ਪਾਰਟੀ ਵਾਲਿਆਂ ਨੇ ਦੇਖਣਾ ਉਹਨਾਂ ਲਈ ਕੌਣ ਹੈ ਕੌਣ ਨਹੀਂ। ਮੇਰੇ ਖਿਆਲ ਮੁਤਾਬਕ ਜਿਹੜਾ ਕੱਲ ਬਹੁਜਨ ਸਮਾਜ ਪਾਰਟੀ ਵਾਲੇ ਨੇ ਇਹਦੀ ਕੋਠੀ ਘੇਰੀ ਹੈ, ਉਹ ਗਲਤ ਘੇਰੀ ਹੈ। ਜਾਂ ਭਾਈ ਫਿਰ ਇਹ ਗੱਲ ਹੁੰਦੀ ਹੈ ਵੀ ਕਿਉਂਕਿ ਹੁਣ ਕਾਂਗਰਸ ਪਾਰਟੀ ਵਾਲਿਆਂ ਨੇ ਇੱਕ ਇਨਕਲਾਬ ਕਰਤਾ। ਅੱਛਾ ਜੀ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਆਂਦਾ, ਉਹ ਸੈਲੀਬ੍ਰਿਟੀ ਹੈ। ਹਾਂ। ਤੇ ਉਧਰੋਂ ਸੈਲੀਬ੍ਰਿਟੀ ਜਿਹੜਾ ਹੈਗਾ ਭਗਵੰਤ ਮਾਨ ਹੈ। ਤੇ ਡਰ ਮੇਰਾ ਖਿਆਲ ਹੈ ਵੀ ਲੱਗਣ ਲੱਗ ਗਿਆ ਵੀ ਦੋ ਸੈਲੀਬ੍ਰਿਟੀਆਂ ਚ ਆ ਗਏ ਤੇ ਆਪਾਂ ਕਿ ਮਾਨ ਥੋੜਾ ਜਿਹਾ ਡਾਊਨ ਹੈ। ਮੈਨੂੰ ਲੱਗਦਾ ਨਾ ਉਹ ਗੱਲ ਚੁਟਕਲਾ ਵੀ ਚੱਲ ਪਿਆ ਨਾ, ਹੁਣ ਕਹਿੰਦੇ 3 ਕਮੇਡੀਅਨ ਆ ਗਏ, ਪ੍ਰਧਾਨ ਮਿਲ ਗਏ ਪਾਰਟੀਆਂ ਨੂੰ, ਨਵਜੋਤ ਸਿੱਧੂ ਵੀ ਮਿਲ ਗਿਆ ਤੇ ਭਗਵੰਤ ਮਾਨ ਵੀ ਮਿਲ ਗਿਆ ਤੇ ਕਮੇਡੀ ਪ੍ਰਧਾਨ ਜੀ ਵੀ ਵਧੀਆ ਕਰ ਰਹੇ ਨੇ। ਦੇਖੋ ਸ਼ਰਮ ਆਪਣਾ ਜਿਹੜੇ ਦਾਨੇਵਾਲ ਸਾਹਿਬ, ਸਥਿਤੀ ਕੀ ਹੈ? ਸਥਿਤੀ ਹੈ ਕਿ ਜਿਹੜਾ ਨਵਜੋਤ ਸਿੱਧੂ ਦਾ ਕੱਦ ਕਾਠ ਹੈ ਜੀ, ਨਵਜੋਤ ਸਿੱਧੂ ਦਾ ਕੱਦ ਕਾਠ ਬਹੁਤ ਉੱਚਾ ਹੈ। ਉਹ ਵੈਸੇ ਨਵਜੋਤ ਸਿੱਧੂ ਆਪ ਨਹੀਂ ਉੱਚਾ, ਉਹਦਾ ਜਿਹੜਾ ਸਿਆਸੀ ਕੱਦ ਕਾਠ ਵੀ ਉੱਚਾ ਹੈ। ਭਗਵੰਤ ਸਿੰਘ ਮਾਨ ਦਾ ਉਹਦੇ ਮੁਕਾਬਲਤਨ ਘੱਟ ਹੈ। ਭਗਵੰਤ ਸਿੰਘ ਮਾਨ ਦੀ ਜਿਹੜੀ ਪਿਛਲੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਵਾਲੀ ਕਈ ਥਾਵਾਂ ਤੇ ਉਹ ਵੀ ਡਿੱਕੇ ਲੱਗ ਜਾਂਦੀ ਹੈ। ਹੁਣ ਪ੍ਰਧਾਨ ਜੀ ਨੇ ਸੋਚਿਆ ਹੋਵੇ ਵੀ ਯਾਰ ਜੇ ਇੱਕ ਤਰਫਾ ਕੰਮ ਹੋ ਗਿਆ ਜੀ,
ਭਗਵੰਤ ਮਾਨ ਦੀਆਂ ਵੋਟਾਂ ਥੋੜੀਆਂ ਰਹਿ ਗਈਆਂ, ਇਹ ਥੱਲੇ ਰਹਿ ਗਿਆ, ਇਹਨੂੰ ਵੱਡਾ ਲੀਡਰ ਨਾ ਬਣਿਆ, ਇਹਨੂੰ ਲੀਡਰ ਵੀ ਬਣਾਉਣਾ ਜੀ। ਕਿਤੇ ਇਹ ਵੀ ਨਾ ਹੋਵੇ ਕੇਜਰੀਵਾਲ ਸੋਚ ਲੇ ਵੀ ਯਾਰ ਨਵਜੋਤ ਸਿੱਧੂ ਦੇ ਮੁਕਾਬਲੇ ਤੇ ਹੁਣ ਮੁਕਾਬਲੇ ਦਾ ਬੰਦਾ ਚਾਹੀਦਾ ਹੈ। ਉਹਨਾਂ ਨੇ ਕੋਈ ਹੋਰ ਸੈਲੀਬ੍ਰਿਟੀ ਭਾਲ ਲਿਆ, ਉਹ ਕਿਤੇ ਉਹਨੂੰ ਨਾ ਲੈ ਆਉਣ ਜੀ। ਤੇ ਉਹਦੇ ਨਾਲੋਂ ਇਹ ਹੈ ਕਿ ਕਈ ਵਾਰੀ ਹੁੰਦੀ ਹੈ ਨਾ ਜਿਹਦੀ ਟੌਰ ਬਣਾਉਣੀ ਹੁੰਦੀ ਹੈ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿਓ ਜੀ। ਉਹਦੇ ਬਾਰੇ ਕੇ ਜਾ ਕੇ ਧਰਨਾ ਲਾ ਲਓ ਵੀ ਵੱਡਾ ਲੀਡਰ ਆਹੀ ਹੈ। ਸੂਟ ਕਰਦਾ ਹੁੰਦਾ ਨਾ ਵੀ ਲੀਡਰ ਕੌਣ ਹੋਵੇ। ਬਿਲਕੁਲ। ਜਿਵੇਂ ਹੁਣ ਕਈ ਵਾਰੀ ਟਿਕਟ ਜਦੋਂ ਕਿਸੇ ਨੂੰ ਦੇਣੀ ਹੁੰਦੀ ਹੈ, ਆਪਣੇ ਹੁਣ ਆ ਰੌਲਾ ਇਸ ਗੱਲ ਦਾ ਪਈ ਜਾਂਦਾ 25-75 ਵਾਲਾ, ਤੇ ਮੈਂ ਉਹ ਪੜ੍ਹ ਰਿਹਾ ਸੀ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਤੇ, ਕਿਸੇ ਨੇ ਪੋਸਟ ਪਾਈ ਸੀ ਜੀ। ਉਹ ਪੋਸਟ ਪਾਉਣ ਵਾਲੇ ਬੰਦੇ ਨੇ ਜਿਹੜੀ ਹੈਗੀ ਮੰਗ ਕੀਤੀ ਹੈ ਨਵਜੋਤ ਸਿੱਧੂ ਤੋਂ, ਅੱਛਾ ਵੀ ਸਿੱਧੂ ਸਾਹਿਬ ਤੁਸੀਂ ਚੰਡੀਗੜ੍ਹ ਤਾਂ ਵਜ਼ੀਰਾਂ ਦੇ ਘਰਾਂ 'ਚ ਤੁਰੇ ਫਿਰਦੇ ਹੋ, MLA ਦੇ ਘਰਾਂ 'ਚ ਤੁਰੇ ਫਿਰਦੇ ਹੋ ਜੀ। 25-75 ਦਾ ਯਾਰ ਚੰਡੀਗੜ੍ਹ ਤਾਂ ਕੋਈ ਰੌਲਾ ਹੀ ਨਹੀਂਗਾ, ਰੌਲਾ ਤਾਂ ਥੱਲੇ ਹੈ ਜੀ। ਉਹ ਕਹਿੰਦੇ ਵੀ ਜੇ 25-75 ਦਾ ਤੁਸੀਂ ਰੌਲਾ ਮਕਾਉਣਾ ਤੇ ਫਿਰ ਕਹਿੰਦੇ ਬੇਨਤੀ ਇੱਕ ਹੈ ਵੀ ਤੁਸੀਂ ਨਾ ਇਧਰਲੇ ਪਾਸੇ ਗੇੜਾ ਮਾਰ ਜਾਓ, ਬਠਿੰਡੇ ਆ ਜਾਓ। ਬਠਿੰਡੇ ਤੋਂ ਇੱਕ ਸੜਕ ਜਾਂਦੀ ਹੈ ਸਿੱਧੀ ਬਾਦਲ ਪਿੰਡ ਨੂੰ, ਹਾਂਜੀ। ਤੇ ਬਾਦਲ ਪਿੰਡ ਆ ਕੇ ਤੁਸੀਂ ਉੱਥੇ ਨਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦਾ ਪੁਰਾਣਾ ਘਰ ਹੈ ਉਹਦੇ ਨਾਲ ਮਹੇਸ਼ਿੰਦਰ ਦਾ ਘਰ ਹੈ, ਇੱਕ ਤਾਂ ਚਾਹ ਦਾ ਕੱਪ ਉੱਥੇ ਪੀ ਜਿਓ ਜੀ। ਤੇ ਦੂਜਾ ਪਰਲੇ ਪਾਸੇ ਖੁੱਡੀਆਂ ਗੁਲਾਬ ਸਿੰਘ ਹੈ, ਉੱਥੇ ਜਥੇਦਾਰ ਜਗਦੇਵ ਸਿੰਘ ਦਾ ਬੇਟਾ ਹੈ ਗੁਰਮੀਤ ਸਿੰਘ ਖੁੱਡੀਆਂ, ਇੱਕ ਚਾਹ ਦਾ ਕੱਪ ਉੱਥੇ ਪੀ ਜਿਓ। ਬਸ ਉੱਥੇ ਹੀ ਕਹਿੰਦਾ ਜੀ ਕੰਮ ਬਣ ਜਾਣਾ ਸਾਰਾ। 25-75 ਦਾ ਰੌਲਾ ਹੀ ਇੱਥੇ ਲੰਬੀ ਤੇ ਪੈ ਜਾਂਦਾ ਆ ਕੇ। ਫੈਸਲਾ ਟਿਕਟ ਕਿਹਨੂੰ ਦੇਣੀ ਹੈ, ਇਹ ਫੈਸਲਾ ਕਹਿੰਦੇ ਜਿਹੜੀ ਹੈਗੀ ਹੈ ਇਹ ਕਾਂਗਰਸ ਪਾਰਟੀ ਨਹੀਂ ਕਰਦੀ ਤੇ ਅਕਾਲੀ ਦਲ ਵਾਲੇ ਕਰਦੇ ਵੀ ਸਾਨੂੰ ਭਾਈ ਐਤਕੀ ਕਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਤੇ ਕੈਂਡੀਡੇਟ ਕਿਹੜਾ ਚਾਹੀਦਾ ਕਾਂਗਰਸ। ਠੀਕ ਆ ਵੀ ਉਹ ਪੁਰਾਣੀਆਂ ਲਿਹਾਜ਼ਾਂ ਜੀ ਇੱਕ ਦੂਜੇ ਦੇ ਮਾਸ ਬਚਾਇਆ, ਚੰਮ ਬਚਾਇਆ, ਇੰਡੀਅਨ ਸਟੇਟ ਦੀਆਂ ਗੱਲਾਂ ਨੇ। ਉਹ ਤਾਂ ਹੈ ਨਾ ਕਿਉਂਕਿ ਜਿਹੜੇ ਹੈਗੇ ਇੰਡੀਅਨ ਸਟੇਟ ਨੂੰ ਫਿੱਟ ਕੌਣ ਬੈਠਦਾ ਹੈ। ਇਹ ਤਾਂ ਕਈ ਵਾਰੀ ਚੀਜ਼ ਹੁੰਦੀ ਹੈ ਜਦੋਂ ਤੁਸੀਂ ਦੇਖੋ ਵੀ ਮਹੇਸ਼ਿੰਦਰ ਬਾਦਲ ਨੇ ਇੰਡੀਪੈਂਡੈਂਟ ਇਲੈਕਸ਼ਨ ਲੜੀ ਹੈ, ਉਦੋਂ ਕਿੰਨੀ ਵੋਟ ਪੈ ਗਈ ਸੀ ਉਹਨੂੰ 26,000 ਪੈ ਗਈ ਸੀ, ਤੇ ਹਾਰਿਆ ਕਿੰਨੇ ਸੀ 10,000 ਤੇ। ਪਰ ਉਹਦੇ ਨਾਲ ਦੀ ਨਾਲ ਹੀ ਜਿਹੜੀ ਉਹ ਟਿਕਟ ਜਿਹੜੀ ਸੀ ਟਿਕਟ ਮਹੇਸ਼ਿੰਦਰ ਬਾਦਲ ਨੂੰ ਦੇਣ ਦੀ ਬਜਾਏ ਇੰਡੀਪੈਂਡੈਂਟ ਤੇ ਅਬਲ ਖੁਰਾਣੇ ਨੂੰ ਦਿੱਤੀ ਸੀ। ਗੁਰਨਾਮ ਸਿੰਘ ਅਬਲ ਖੁਰਾਣੇ 10,000 ਵੋਟਾਂ ਉਹ ਲੈ ਗਿਆ। ਜੇ ਉਹ ਟਿਕਟ ਉਦੋਂ ਨੂੰ ਮਿਲੀ ਹੁੰਦੀ ਤੇ ਉਹ ਟਿਕਟ ਦਾ ਵੀ ਕਹਿੰਦੇ ਫੈਸਲਾ ਫਿਰ ਹਾਈ ਕਮਾਂਡ ਨੇ ਕੀਤਾ ਸੀ ਨਾ, ਕਾਂਗਰਸ ਦੀ ਹਾਈ ਕਮਾਂਡ ਨੇ ਵੀ ਬਾਦਲ ਸਾਹਿਬ ਦੇ ਮੁਕਾਬਲੇ ਦੇ ਉੱਤੇ ਭਾਈ ਗੁਰਨਾਮ ਸਿੰਘ ਨੂੰ ਖੜਾ ਕਰ ਦਿਓ। ਇਹ ਬੜੀਆਂ ਗੱਲਾਂ ਹੁੰਦੀਆਂ। ਇਸ ਕਰਕੇ ਮੈਨੂੰ ਲੱਗਦੀ ਹੈ ਵੀ ਨਵਜੋਤ ਉਹ ਜਿਹੜਾ ਆਪਣੇ ਮਾਰਿਆ ਨਾ ਧਰਨਾ ਮਾਰਿਆ ਹੈ ਜਾਂ ਜਿਹੜੀ ਰੈਲੀ ਕੀਤੀ ਹੈ ਕੋਠੀ ਘੇਰੀ ਹੈ, ਕਈ ਵਾਰੀ ਉਹ ਬੰਦੇ ਦਾ ਕੱਦ ਵਧਾਉਣਾ ਹੁੰਦਾ ਹੈ। ਜੀ। ਵਿਰੋਧ ਕਰ ਦਿਓ ਵੀ ਜਿੱਥੇ ਜਾ ਕੇ ਜਲਸੇ ਜਲੂਸ ਵਿਚਾਰੇ ਬਾਲੇ ਹੋਣ ਲੱਗ ਜਾਣ, ਉਹ ਵੀ ਯਾਰ ਬੰਦਾ ਯਾਦ ਆ ਗਈ 99 ਦੇ ਇਲੈਕਸ਼ਨ। 99 ਦੇ ਇਲੈਕਸ਼ਨਾਂ ਦੇ ਵਿੱਚ ਨਾ ਫਿਰੋਜ਼ਪੁਰ ਤੋਂ ਇੱਕ ਤਾਂ ਖੜੇ ਹੋਏ ਸੀਗੇ ਸਰਦਾਰ ਜਗਮੀਤ ਸਿੰਘ ਬਰਾੜ ਹੋਰੀ, ਇੱਕ ਚੌਧਰੀ ਦੇਵੀ ਲਾਲ ਤੇ ਇੱਕ ਧਿਆਨ ਸਿੰਘ ਮੰਡ। ਹੁਣ ਚੱਕਰ ਕੀ ਸੀ ਵੀ ਜਗਮੀਤ ਬਰਾੜ ਉਹਦਾ ਕੰਪੀਟੀਸ਼ਨ ਬਣਾਈ ਬੈਠਾ ਸੀ ਵੀ ਜੇ ਮੈਂ ਜਿੱਤਿਆ ਤਾਂ ਪੱਕਾ ਬੈਠਾ ਸੀ ਇਹ, ਬਿਲਕੁਲ ਜਿੱਤਣਾ ਸੀ ਗੱਲ। ਹਾਂ, ਤੇ ਕਹਿੰਦਾ ਵੀ ਮੇਰਾ ਕੰਪੀਟੀਸ਼ਨ ਹੈ ਕਿ ਚੌਧਰੀ ਦੇਵੀ ਲਾਲ ਨਾਲ। ਬਿਲਕੁਲ ਧਿਆਨ ਸਿੰਘ ਮੰਡ ਨੂੰ ਇਹ ਨੇੜੇ ਤੇੜੇ ਨਹੀਂ ਸੀ ਗਿਣਦਾ, ਨਹੀਂ ਸੀਗਾ। ਜਿੱਥੇ ਜਾ ਕਰੇ ਜਿਵੇਂ ਕਈ ਪਿੰਡ ਹੋਣ ਮਾਝੇ ਵਾਲਿਆਂ ਦੇ ਹੋਰ, ਉੱਥੇ ਜਾ ਕੇ ਥੋੜੀ ਕਾਂਗਰਸ ਦਾ ਵਿਰੋਧ ਸੀਗਾ ਉਦੋਂ ਪੂਰਾ, ਤੇ ਇਹ ਹੱਥ ਜੋੜ ਕੇ ਕਹਿੰਦਾ ਕਰੇ ਜੀ ਫਿਰ ਗੱਲ ਇਹ ਜੇ ਮੇਰੇ ਨਾਲ ਵਿਰੋਧ ਆ ਨਾ ਤੇ ਤੁਸੀਂ ਫਿਰ ਵੋਟ ਚੌਧਰੀ ਦੇਵੀ ਲਾਲ ਨੂੰ ਨਾ ਪਾਇਓ ਤੇ ਧਿਆਨ ਸਿੰਘ ਮੰਡ ਨੂੰ ਪਾ ਦਿਓ। ਹੁਣ ਕਰਦੇ ਕਰਾਉਂਦੇ ਕਿਉਂਕਿ ਇਹ ਸਾਡਾ ਇੱਕੋ ਸਕੂਲ ਦੇ ਹੀ ਪੜ੍ਹੇ ਆ, ਮੇਰੇ ਕੋਲੇ ਆ ਗਈ ਗੱਲ ਤਾਂ ਆਪਣੇ ਬਾਈ ਕੁਲਬੀਰ ਹੋਰੀ ਤੇ ਇੱਥੋਂ ਗਏ। ਮੈਂ ਕਿਹਾ ਤੁਸੀਂ ਆਹ ਗੱਲ ਕਰਦੇ ਫਿਰਦੇ ਹੋ ਤੇ ਪਰ ਇੱਕ ਤੁਹਾਨੂੰ ਗੱਲ ਦੱਸਾਂ, ਸੰਨ 'ਚ ਪੌੜੀ ਲੱਗ ਗਈ, ਚੋਣ ਨਿਸ਼ਾਨ ਪੌੜੀ ਸੀ। ਉਹਦਾ ਧਿਆਨ ਸਿੰਘ ਮੰਡ ਦਾ ਚੋਣ ਨਿਸ਼ਾਨ ਸੀ ਪੌੜੀ। ਤੇ ਮੈਨੂੰ ਉਹ ਗੱਲ ਮੇਰੀ ਆਪਦੀ ਵੀ ਯਾਦ ਹੈ ਜਦੋਂ ਮੈਂ ਕਹਿੰਦਾ ਨਾ ਵੀ ਸੰਨ 'ਚ ਪੌੜੀ ਲੱਗ ਗਈ, ਇਹ ਕਹਣ ਤੂੰ ਤਾਂ ਕੱਲ੍ਹ ਦਾ ਜਵਾਕ ਹੈ ਤੈਨੂੰ ਕੀ ਪਤਾ। ਤੇ ਜਦੋਂ ਫਿਰ ਧਿਆਨ ਸਿੰਘ ਮੰਡ ਨੇ ਮਾਰਿਆ ਆਪਣੇ ਢਿੱਲੋਂ ਸਾਹਿਬ ਮੂੰਹ ਦੇ ਮੂੰਹ, ਤੇ ਫੇਰ ਕਹਿਣੀ ਯਾਰ ਵੀ ਅਸੀਂ ਤਾਂ ਨਾ ਹੀ ਕਹਿੰਦੇ ਚੌਧਰੀ ਦੇ। ਨਹੀਂ ਉਹ ਤਾਂ ਦਾਨੇ ਵਾਲੀ ਸੌ 'ਚ ਬੜਾ ਕੁਛ ਹੋਇਆ। ਉਹ 5-7 ਦਿਨ ਤੱਕ ਕੰਪੇਨ ਚੱਲੀ ਵਧੀਆ। ਫਿਰ ਮੰਡ ਸਾਹਿਬ ਦੀ ਕੰਪੇਨ ਗਈ ਬੈਠ ਜੀ। ਜਦੋਂ ਕੰਪੇਨ ਬੈਠ ਗਈ ਤੇ ਫੇਰ ਇਹ ਖਦਸ਼ਾ ਵੀ ਮੰਡ ਸਾਹਿਬ ਦੀ ਕੰਪੇਨ ਬੈਠ ਗਈ, ਇਹਨਾਂ ਨੇ ਜਿਹੜੀਆਂ ਮਾਝੇ ਵਾਲਿਆਂ ਦੀਆਂ ਵੋਟਾਂ ਲੈਣੀਆਂ ਉਹ ਇਹਨਾਂ ਨੇ ਲੈ ਲੈਣੀਆਂ ਸੀ, ਤੇ ਚੌਧਰੀ ਦੇਵੀ ਲਾਲ ਕਿਤੇ ਜਿੱਤਣਾ ਜਾਵੇ। ਉਹਨਾਂ ਦਿਨਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼ਾਇਦ ਨਜ਼ਰਬੰਦ ਸੀ, ਪਤਾ ਨਹੀਂ ਇਸ ਤਾਂ ਛੋਟ ਬਾਲੀ ਇੰਨਾ ਹੈ ਨਹੀਂ ਸੀ, ਇਹ ਨਜ਼ਰਬੰਦ ਸੀ। ਤੇ ਇਹਨਾਂ ਨੂੰ ਜਿਹੜਾ ਚੌਧਰੀ ਦੇਵੀ ਲਾਲ ਨੂੰ ਉਚੇਚੇ ਤੌਰ ਦੇ ਉੱਤੇ ਮੈਸੇਜ ਆਇਆ ਸੀ ਕਿ ਤੁਸੀਂ ਆਓ ਜੀ ਤੇ ਤੁਹਾਨੂੰ ਇਹ ਲੜਨੀ ਪੈਣੀ ਹੈ ਇਲੈਕਸ਼ਨ। ਉਹਨਾਂ ਨੇ ਇਲੈਕਸ਼ਨ ਇਸ ਕਰਕੇ ਲੜੀ ਸੀਗੀ। ਤਾਂ ਉਹ ਜਦੋਂ ਗੱਲ ਕਰਕੇ ਕਹਿੰਦੇ ਜੀ ਬੜਾ ਫਿਕਰ ਪੈ ਗਿਆ, ਤੇ ਜੇ ਮਤਲਬ ਵੀ ਜੇ ਇਹਨਾਂ ਦੀ ਹੁਣ ਪੌੜੀ ਕੋਠੇ ਨੂੰ ਨਾ ਲੱਗੀ ਜੀ ਤੇ ਆਪਾਂ ਤਾਂ ਹਾਰ ਜਾਾਂਗੇ। ਉਹ ਫਿਰ ਬਿੰਗੇ ਟੇਢੇ ਢੰਗ ਨਾਲ ਵੀ ਤੁਹਾਨੂੰ ਭੇਜਤਾ ਵੀ ਆ ਲਓ ਜੀ ਫੰਡ ਦੇ ਕੇ ਆਓ, ਵੀ ਆ ਲਓ ਜੀ ਮੰਡ ਸਾਹਿਬ ਫੰਡ ਲੈ ਲਓ। ਫਿਰ ਕਹਿੰਦਾ ਮੰਡ ਸਾਹਿਬ ਤੁਸੀਂ ਗੱਡੀਆਂ ਚਲਾ ਲਓ, ਕੋਈ ਹੋਰ ਪਹੁੰਚ ਗਿਆ ਆਹ ਗੱਡੀਆਂ ਵੀ ਤਿਆਰ ਕੀ ਕਰਕੇ। ਤੇ ਮੈਂ ਕਹਿ ਦਿੰਦਾ ਜੀ ਉੱਥੇ ਪੰਪ ਵਾਲਿਆਂ ਨੂੰ ਤੁਸੀਂ ਪੰਪ ਵਾਲਿਆਂ ਤੋਂ ਜਿੰਨਾ ਮਰਜ਼ੀ ਤੇਲ ਪਵਾ ਲਓ, ਆਹ ਗੱਡੀਆਂ ਦਾ ਲੈ ਲਓ ਜੀ ਤੁਸੀਂ, ਤੁਹਾਨੂੰ ਅਸੀਂ ਚੰਦਾ ਦੇਦਾ। ਤੇ ਬੰਦੇ ਆਪਦੇ ਹੁੰਦੇ, ਜਗਮੀਤ ਸਾਹਿਬ ਤਾਂ ਨਹੀਂ ਗਿਆ ਸੀ। ਉਹ ਕਹਿੰਦੇ ਜੀ ਜਦੋਂ ਜਾਣ ਲੱਗੇ ਤੇ ਪੰਪ ਤੇ ਵੀ ਲਵਾਤਾ, ਸਾਰਾ ਕੁਝ ਕਰ ਕਰਾ ਲਿਆ। ਜਦੋਂ
ਕੰਮ ਹੋ ਗਿਆ ਵੀ ਪੌੜੀ ਤਾਂ ਚੜ ਗਈ ਤੇ ਉਹ ਡਿੱਗ ਪਿਆ, ਆਪਣਾ ਪੰਜਾ ਡਿੱਗ ਪਿਆ। ਹੱਥ ਉਹ ਫਿਰ ਕਹਿੰਦੇ ਜਦੋਂ ਕਦੇ ਰਾਜੀਵ ਗਾਂਧੀ ਨੂੰ ਮਿਲਣ ਵਾਸਤੇ ਗਏ ਤੇ ਗੱਲ ਉੱਥੇ ਵੀ ਪਹੁੰਚ ਗਈ ਸੀ, ਕਿਉਂਕਿ ਰਾਜੀਵ ਗਾਂਧੀ ਦਾ ਪ੍ਰਧਾਨ ਮੰਤਰੀ ਸੀ ਮੇਰਾ ਖਿਆਲ, ਜਾਂ ਨਹੀਂ ਸੀ, ਮਤਲਬ ਇੰਟੈਲੀਜੈਂਸ ਦੇ ਵਿੱਚ ਲਿੰਕ ਹੁੰਦੇ ਹੀ ਹੈ ਨਾ। ਉੱਥੇ ਇੰਫਰਮੇਸ਼ਨ ਕਹਿੰਦੇ ਜਗਮੀਤ ਸਿੰਘ ਬਰਾੜ ਨੂੰ ਹੱਸ ਕੇ ਕਹਿੰਦਾ, ਬਰਾੜ ਸਾਹਿਬ ਆਪ ਆਪਣੇ ਵਾਰ ਸੀ ਗਿਰ ਗਏ। ਆਪਣੇ ਆਪ ਹੀ ਇਸ ਤਰ੍ਹਾਂ ਹੋ ਜਾਂਦਾ ਹੈ। ਸੋ ਮੈਨੂੰ ਲੱਗਦੀ ਹੈ ਕਿ ਜਿਹੜਾ ਪ੍ਰਧਾਨ ਜੀ ਨੇ ਮੇਰਾ ਖਿਆਲ ਕਿਹਾ ਹੋਣਾ ਜੀ ਵੀ ਆਪਾਂ ਨਾ ਕਿਤੇ ਕੋਈ ਹੋਰ ਨਵਾਂ ਨਾ ਉਰਦਮੂਲ ਖੜਾ ਕਰ ਲਵੇ ਕੇਜਰੀਵਾਲ, ਹੋਰ ਐਡੀ ਸੈਲੀਬ੍ਰਿਟੀ ਨਾ ਲੈ ਆਪਣੇ ਨਵਜੋਤ ਸਿੱਧੂ ਦੇ ਮੁਕਾਬਲੇ ਦੀ, ਤੇ ਬਿਹਤਰ ਹੈ ਵੀ ਥੋੜਾ ਜਿਹਾ ਕੱਦ ਕਾਠ ਇਸੇ ਦਾ ਉੱਚਾ ਕਰੀਏ ਜੀ। ਤੇ ਢਿੱਲੋਂ ਸਾਹਿਬ ਹੁਣ ਉਹਨੇ ਮੈਂ ਅੱਜ ਥੋੜੇ ਜਿਹੇ 4 ਅੱਖਰ ਵੀ ਲਿਖੇ ਆ ਵੈਬਸਾਈਟ ਦੇ ਉੱਤੇ, ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਹਾਸ਼ਰ ਕਿਤੇ ਚੌਧਰੀ ਭਜਨ ਲਾਲ ਵਾਲਾ ਤਾਂ ਨਹੀਂ ਹੋ ਜੂਗਾ, ਕਿਉਂਕਿ ਜੋ ਹਾਲਾਤ ਕੇਂਦਰ ਨੇ, ਕਿਉਂਕਿ ਭਜਨ ਲਾਲ ਵੀ ਅੜਿਆ ਹੋਇਆ ਸੀ ਇਸ ਗੱਲ ਦੇ ਉੱਤੇ, ਲੜਾਈ ਸੀ ਦੋਹਾਂ ਦੀ, ਭਜਨ ਲਾਲ ਦੀ ਤੇ ਹੁੱਡੇ ਦੀ। ਫਿਰ ਬੰਸੀ ਲਾਲ ਵੀ ਵਿੱਚ, ਉਵੇਂ ਕਿਵੇਂ 2 ਸੀਨੀਅਰ ਲੀਡਰ ਜਿਹੜੇ ਆ ਲਾਂਭੇ ਹੋਏ, ਉਹਨਾਂ ਨੇ ਆਪਦੀ ਪੋਲੀਟੀਕਲ ਪਾਰਟੀ ਬਣਾਈ। ਨਵਜੋਤ ਸਿੰਘ ਸਿੱਧੂ ਬੱਸ ਭਰ ਕੇ ਜਿਹੜਾ 60 MLA ਉਹਨਾਂ ਦੇ ਕੋਲੇ ਗਏ ਨੇ, ਬੱਸ ਭਰ ਕੇ ਹਰਿਮੰਦਰ ਸਾਹਿਬ ਮੱਥਾ ਵੀ ਟੇਕ ਗਏ ਨੇ, ਜਿਹੜੇ ਕੈਪਟਨ ਦੇ ਨਜ਼ਦੀਕੀ ਨੇ। ਜੇ ਆਪਾਂ ਗੱਲ ਕਰੀਏ ਆਪਣੇ ਵਿੱਤ ਮੰਤਰੀ ਜੀ ਕਿੰਨੇ ਕੁ ਨੇੜੇ, ਇਹਦਾ ਰੱਬ ਜਾਣਦਾ, ਪਰ ਇਹ ਉੱਥੇ ਨਹੀਂ ਗਏ, ਇਹ ਟਾਲਾ ਹੀ ਵੱਟਿਆ, ਇਹਦਾ ਬਠਿੰਡੇ ਦੀ ਜੂਹ ਨਹੀਂ ਲੰਘੇ। ਬ੍ਰਹਮਿੰਦਰ ਨੇ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ, ਉਹ ਦੂਰੀਆਂ ਬਣਾਉਣ ਲੱਗ ਪਿਆ। ਕਿਵੇਂ ਐਨਾਲਾਈਜ਼ ਕਰਦੇ ਹੋ ਸਾਰੇ ਮਾਮਲੇ? ਦੇਖੋ, ਐਨਾਲਾਈਜ਼ ਕਰਨ ਵਾਲੀ ਗੱਲ ਤਾਂ ਇਹ ਸਿੱਧੀ ਪੱਧਰੀ ਗੱਲ ਹੈ ਕਿ ਜਿਹੜੀ ਭਜਨ ਲਾਲ ਦੀ ਤੁਸੀਂ ਜ਼ਿਕਰ ਕੀਤਾ ਹੈ, ਭਜਨ ਲਾਲ ਦੇ ਉਸ ਜ਼ਮਾਨੇ ਦੇ ਵਿੱਚ ਉਹ ਇਲੈਕਸ਼ਨ ਜਿਹੜੀ ਹੈ ਉਹ ਭਜਨ ਲਾਲ ਦੀ ਅਗਵਾਈ ਦੇ ਵਿੱਚ ਹੀ ਲੜੀ ਸੀ। ਜਦੋਂ ਇਲੈਕਸ਼ਨ ਲੜ ਲਈ, ਜਿੱਤ ਗਏ, ਉਦੋਂ ਹਾਈ ਕਮਾਂਡ ਨੇ ਫੈਸਲਾ ਕਰਤਾ ਕਿ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹੋਊਗਾ, ਤੂੰ ਨਹੀਂ ਹੋਵੇਗਾ, ਉਹਨੂੰ ਪਾਸੇ ਕਰਤਾ ਸੀ। ਲੇਕਿਨ ਇੱਥੇ ਹਾਲਾਤ ਬਦਲੇ ਵੀ। ਇੱਥੇ ਸਥਿਤੀ ਇਹ ਹੈ ਕਿ ਜੋ ਹੁਣ ਜਿਹੜੇ ਤੁਸੀਂ ਇਹ ਦੇਖੋ ਕਿ ਜਦੋਂ ਜਿੰਨੀ ਦੇਰ ਤੱਕ ਪੂਰਾ ਸਿਗਨਲ ਨਹੀਂ ਸੀ ਹੋਇਆ, ਹਰੀਸ਼ ਰਾਵਤ ਨੇ ਇਹ ਨਹੀਂ ਸੀ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾਉਣ ਦਾ ਫੈਸਲਾ ਕਰ ਲਿਆ, ਸਿਰਫ ਚਿੱਠੀ ਜਾਰੀ ਹੋਣੀ ਰਹਿ ਗਈ। ਜਦੋਂ ਉਹਨੇ ਕਿਹਾ ਸੀ ਤੇ ਸਾਰੀਆਂ ਅਖਬਾਰਾਂ 'ਚ ਖਬਰਾਂ ਛਪ ਗਈਆਂ ਸੀ ਜੀ। ਅਮਰਿੰਦਰ ਸਿੰਘ ਨੇ ਉਸ ਵੇਲੇ ਟੈਲੀਫੋਨ ਕੀਤਾ ਸੋਨੀਆ ਗਾਂਧੀ ਨੂੰ ਕਿ ਇਹ ਕੀ ਕੀਤਾ ਹੈ। ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਬੁਲਾਇਆ। ਅਗਲੇ ਦਿਨ ਹਰੀਸ਼ ਰਾਵਤ ਨੇ ਕਹਿਤਾ, ਮੈਂ ਤਾਂ ਨਹੀਂ ਕਿਹਾ, ਮੈਂ ਤਾਂ ਇਹ ਕਿਹਾ ਸੀ ਕਿ ਪ੍ਰਧਾਨਗੀ ਦੇ ਨੇੜੇ ਤੇੜੇ ਵਾਲਾ ਕੋਈ ਨਾ ਕੁਛ ਅਸੀਂ ਉਹਨੂੰ ਅਹੁਦਾ ਦੇਵਾਂਗੇ ਜੀ। ਫਿਰ ਜਿਹੜੀ ਹੈਗੀ ਹੈ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਵੀ ਲਿਖ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਕਾਂਗਰਸ ਦਾ ਪ੍ਰਧਾਨ ਬਣਾਇਆ ਤਾਂ ਇਹ 2022 ਲਈ ਸਾਡੇ ਵਾਸਤੇ ਨੁਕਸਾਨਦੇਹ ਜ਼ਿਆਦਾ ਹੋਊ ਜੀ। ਔਰ ਹਿੰਦੂ ਭਾਈਚਾਰੇ ਵਾਲੀ ਗੱਲ ਵੀ ਕੀਤੀ ਕਰਾਈ। ਖੈਰ ਉਹਨਾਂ ਦੀਆਂ ਆਪਦੀਆਂ ਗਿਣਤੀਆਂ ਮਿੰਤੀਆਂ ਸੀ, ਉਹਨਾਂ ਨੇ ਗਿਣਤੀਆਂ ਮਿੰਤੀਆਂ ਕਰਨ ਦਿਆਂ ਸਾਰੇ ਜਿਹੜੇ ਰਾਹੁਲ ਗਾਂਧੀ ਨੇ ਟੈਲੀਫੋਨ ਕੀਤੇ, ਪ੍ਰਿੰਕਾ ਗਾਂਧੀ ਨੇ ਟੈਲੀਫੋਨ ਕੀਤੇ, ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਜੀ। ਉੱਥੋਂ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਆਉਂਦਾ ਹੈ, ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ 'ਚ ਆਉਂਦਾ, ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਦੇ ਵਿੱਚ ਕੁਝ ਮੰਤਰੀਆਂ ਦੇ ਨਾਲ ਮੀਟਿੰਗ ਹੁੰਦੀ ਹੈ। ਉਹਨਾਂ ਮੰਤਰੀਆਂ ਦੇ ਵਿੱਚ ਉਹ ਲੋਕ ਵੀ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਸੀ। ਉਹ ਆਪਾਂ ਪਹਿਲੀ ਵਾਰੀ ਕਹਿ ਸਕਦੇ ਹਾਂ ਕਿ ਜਨਤਕ ਤੌਰ ਦੇ ਉੱਤੇ, ਉਦੋਂ ਪਹਿਲਾਂ ਇਹ ਸੀਗਾ ਕਿ ਨਵਜੋਤ ਸਿੰਘ ਸਿੱਧੂ ਦਾ ਧੜਾ ਨਹੀਂ। ਉਦੋਂ ਪਤਾ ਲੱਗਿਆ ਕਿ ਕੁਝ ਲੋਕ ਨਵਜੋਤ ਸਿੰਘ ਸਿੱਧੂ ਦੇ ਨਾਲ ਲੱਗ ਗਏ। ਫਿਰ ਤੁਸੀਂ ਦੇਖੋ ਕਿ ਜਿੱਦਾਂ ਨਵਜੋਤ ਸਿੰਘ ਸਿੱਧੂ ਨੂੰ ਰਾਤ ਨੂੰ, ਐਤਵਾਰ ਦੀ ਰਾਤ ਨੂੰ ਅਨਾਉਂਸ ਕੀਤਾ ਪ੍ਰਧਾਨ ਰਾਤ ਦੇ 9 ਵਜੇ, ਉਹ ਤੋਂ ਪਹਿਲਾਂ ਐਮਪੀਆਂ ਦੀ ਇੱਕ ਮੀਟਿੰਗ ਹੁੰਦੀ ਹੈ। ਬਿਲਕੁਲ, ਉਹਦੇ ਬਾਜਵੇ ਦੇ ਘਰੇ ਐਮਪੀਆਂ ਦੀ ਮੀਟਿੰਗ ਹੁੰਦੀ ਹੈ ਤੇ 9 ਐਮਪੀ ਜਿਹੜੇ ਹੈਗੇ 11 ਦੇ ਵਿੱਚੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪਾਂ ਇੱਕ ਰੈਜੂਲੇਸ਼ਨ ਬਣਾ ਕੇ ਮੈਡਮ ਨੂੰ ਭੇਜ ਦਈਏ। ਇਹ ਤੋਂ ਪਹਿਲਾਂ ਕਿ ਉਹ ਰੈਜੂਲੇਸ਼ਨ ਭੇਜਦੇ, ਮੈਡਮ ਸੋਨੀਆ ਗਾਂਧੀ ਨੇ ਕੱਲੇ ਐਮਪੀ ਨੂੰ ਟੈਲੀਫੋਨ ਕੀਤੇ ਕਿ ਭਾਈ ਅਸੀਂ ਫੈਸਲਾ ਕਰ ਲਿਆ, ਚੁੱਪ ਕਰਕੇ ਨਵਜੋਤ ਸਿੱਧੂ ਨੂੰ ਤੁਸੀਂ ਲੀਡਰ ਵੈਲਕਮ ਕਰੋ ਉਹਦਾ ਨਾਲ। ਵੈਲਕਮ, ਹਾਂ ਇਹ ਹੋ ਗਿਆ। ਇਮੀਡੀਏਟ ਜਿਹੜੇ ਹੈਗੇ ਟੈਲੀਫੋਨ ਨਾਲ ਦੀ ਨਾਲ ਹੀ ਜਿਹੜੇ ਹੈਗੇ ਪੰਜਾਬ 'ਚ ਆਉਣੇ ਸ਼ੁਰੂ ਹੋ ਗਏ ਐਮਐਲਏ ਨੂੰ, ਕਿਉਂਕਿ 3 ਮਹੀਨਿਆਂ ਦਾ ਜਿਹੜਾ ਹੈਗਾ ਪ੍ਰੋਸੈਸ ਪਹਿਲਾਂ ਚੱਲਿਆ ਸੀ। 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਦੇਖ ਲਿਆ ਸੀ ਕਿੰਨਾ ਕੁ ਪਾਣੀ ਕੌਣ ਕਿੰਨੇ ਕੁ 'ਚ ਹੈ। ਇਹ ਗੱਲਾਂ ਵੀ ਆ ਗਈਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਪ੍ਰਬੰਧ ਜਿਹੜਾ ਹੈਗਾ ਉਹ ਐਮਐਲਏ ਤੇ ਵਜ਼ੀਰਾਂ ਦੀ ਮਰਜ਼ੀ ਨਾਲ ਨਹੀਂ ਚੱਲਦਾ, ਉਹ ਚੱਲਦਾ ਅਫਸਰਾਂ ਦੀ ਮਰਜ਼ੀ ਨਾਲ। ਔਰ ਕਈਆਂ ਨੇ ਇਹ ਅਲਾਂਭੇ ਵੀ ਦਿੱਤੇ ਕਿ ਅਫਸਰਾਂ ਨੇ ਸਾਡੀ ਖਿੱਚ ਪਾੜ ਕੀਤੀ ਹੈ। ਕਈ ਬੰਦੇ ਇਹ ਵੀ ਕਹਿੰਦੇ ਜੀ ਮਾਫੀਆ ਰਾਜ ਕੈਪਟਨ ਦੇ ਸਿਲਸਿਲੇ ਚੱਲਦਾ। ਬਿਲਕੁਲ ਮਾਫੀਆ ਰਾਜ ਚੱਲ ਰਿਹਾ, ਉਹ ਤਾਂ ਕਿਤੇ ਖਤਮ ਨਹੀਂ। ਉਹ ਤਾਂ ਮਾਫੀਆ ਰਾਜ ਬਾਰੇ ਤਾਂ ਆਪਾਂ ਪਹਿਲਾਂ ਵੀ ਕਹਿੰਦੇ ਕਿ ਜਿਹੜਾ ਮਾਫੀਆ ਰਾਜ 10 ਸਾਲ ਬਾਦਲਾਂ ਦੇ ਜ਼ਮਾਨੇ 'ਚ ਰਿਹਾ, ਮਾਫੀਆ ਰਾਜ ਉਹੀ ਚੱਲ ਰਿਹਾ। ਉਦੋਂ ਸਿਆਸੀ ਸਰਪ੍ਰਸਤ ਜਿਹੜੇ ਸੀਗੇ ਉਹ ਨੀਲੀਆਂ ਪੱਗਾਂ ਵਾਲੇ ਸੀ। ਹੁਣ ਸਿਆਸੀ ਸਰਪ੍ਰਸਤ ਜਿਹੜੇ ਹੈਗੇ ਆ ਉਹ ਕਾਂਗਰਸ ਵਾਲੇ, ਪਰ ਹੁਣ ਕਾਂਗਰਸ ਚਿੱਟੀ ਪੱਗ ਨਹੀਂ ਰਹੀ, ਹੁਣ ਪੱਗਾਂ ਰੰਗ ਬਰੰਗੀਆਂ ਹੋ ਗਈਆਂ। ਹੁਣ ਰੰਗ ਬਰੰਗੀਆਂ ਪੱਗਾਂ ਵਾਲੇ, ਇਹ ਰੰਗ ਬਰੰਗੀਆਂ ਪੱਗਾਂ ਵਾਲੇ ਆ। ਉਹਦੇ 'ਚ ਉਦੋਂ ਜਿਹੜੇ ਫਾਰਚੂਨਰ ਗੱਡੀਆਂ ਵਾਲੇ ਸੀ, ਹੁਣ ਇਹਨਾਂ ਦੇ ਕੋਲੇ ਕੋਈ ਵੱਡੀਆਂ ਗੱਡੀਆਂ ਕੋਈ ਹੋਰ ਆ ਗਈਆਂ ਉਸ ਕਿਸਮ ਦੀਆਂ। ਇਹਨਾਂ ਨੇ ਇਹ ਸਾਰਾ ਕੁਛ ਉਵੇਂ ਜਿਵੇਂ ਚੱਲਦਾ ਹੈ। ਔਰ ਇਹੀ ਚੀਜ਼ ਅਸੀਂ ਵਾਰ-ਵਾਰ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਵੀ ਆਪਾਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਫੂਕ ਕੇ ਕਦਮ ਰੱਖਣੇ ਚਾਹੀਦੇ। ਕਈ ਵਾਰੀ ਇਹ ਹੁੰਦਾ ਨਾ, ਜਦੋਂ ਬੰਦੇ ਦੀ
ਕਿਸੇ ਦੀ ਸ਼ੋਭਾ ਬਣ ਜੇ ਵੀ ਜੀ ਇਹ ਤਾਂ ਆ ਗਿਆ ਤੇ ਉਦੋਂ ਮੇਰੇ ਵਰਗੇ ਬੰਦੇ ਜਿਹੜੇ ਜੇਬ ਕਤਰੇ ਹੁੰਦੇ ਆ ਨਾ ਤੇ ਉਹ ਵੀ ਨਾਲ ਰਲ ਜਾਂਦੇ ਹੁੰਦੇ ਔਰ ਉਹ ਬੰਦੇ ਦਾ ਨੁਕਸਾਨ ਕਰ ਦਿੰਦੇ ਆ। ਖੈਰ ਉਹਨੂੰ ਬੰਦਿਆਂ ਦੀ ਲੋੜ ਸੀ। ਉਹਦੇ ਤੇ ਇਹ ਹੋਇਆ ਕਿ ਕੱਲੇ ਬੰਦੇ ਨੂੰ ਜੋ ਟੈਲੀਫੋਨ ਆ ਗਿਆ ਕਿ ਤੁਸੀਂ ਨਵਜੋਤ ਸਿੱਧੂ ਦੇ ਨਾਲ ਚੱਲੋ ਤੇ ਨਵਜੋਤ ਸਿੱਧੂ ਦੇ ਘਰਾਂ ਦੇ ਵਿੱਚ ਜਾਣ ਲੱਗੇ ਲੋਕ ਤੇ ਕਈ ਫਿਰ ਨਵਜੋਤ ਸਿੰਘ ਸਿੱਧੂ ਆਪ ਲੋਕਾਂ ਦੇ ਘਰਾਂ 'ਚ ਗਿਆ ਜੀ ਆਪ। ਤੇ ਹੁਣ ਤੁਸੀਂ ਦੇਖੋ ਕਿ ਪਰਸੋਂ ਦੀ ਗੱਲ ਹੈ, ਪਰਸੋਂ ਨਵਜੋਤ ਸਿੰਘ ਸਿੱਧੂ ਜਦੋਂ ਤ੍ਰਿਪਤ ਰਜਿੰਦਰ ਬਾਜਵੇ ਦੇ ਘਰੇ ਗਏ, ਕੰਧ ਸਾਂਝੀ ਹੈ, ਉੱਥੇ 30-35 ਬੰਦੇ ਜਿਹੜੇ ਹੈਗੇ ਆ ਵੱਡੇ ਲੀਡਰ ਜਿਨ੍ਹਾਂ 'ਚ MLA ਵੀ ਹੈ, ਵਜ਼ੀਰ ਵੀ ਹੈ, ਸਾਬਕਾ ਪ੍ਰਧਾਨ ਵੀ ਹੈ, ਉਹ ਸਾਰੇ ਇਕੱਠੇ ਹੋਏ ਬੈਠੇ ਆ, ਚਾਹ ਪਾਣੀ ਪੀਂਦੇ ਆ। ਸਿਗਨਲ ਤਾਂ ਉਦੋਂ ਹੀ ਆ ਗਿਆ ਸੀ। ਇਨਫੈਕਟ ਇਹ ਹੈ ਜਿਹੜੀ ਭਜਨ ਲਾਲ ਦੀ ਕਾਰਵਾਈ ਆ ਉਹ ਇਲੈਕਸ਼ਨ ਤੋਂ ਬਾਅਦ ਦੀ ਸੀ। ਇਹ ਇਲੈਕਸ਼ਨ ਤੋਂ ਪਹਿਲਾਂ ਹੀ ਮਤਲਬ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿ ਅਗਲੀ ਜਿਹੜੀ ਹੈਗੀ ਆ ਇਲੈਕਸ਼ਨ ਅਸੀਂ ਉਹ ਲੜਾਂਗੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ। ਔਰ ਉਹਦੇ 'ਚ ਮਤਲਬ ਜਿਹੜੀ ਕੈਪਟਨ ਅਮਰਿੰਦਰ ਦੀ ਆਪਾਂ ਸਥਿਤੀ ਦੇਖੀ ਤਾਂ ਹਾਈ ਕਮਾਂਡ ਨੇ ਉਹਦੀ ਜਲਾਲਤ ਦੀ ਕੋਈ ਕਸਰ ਨਹੀਂ ਛੱਡੀ। ਪਹਿਲਾਂ ਤੁਸੀਂ ਦੇਖੋ ਕਿ ਜਿਹੜਾ 18 ਨੁਕਾਤੀ ਪ੍ਰੋਗਰਾਮ ਦਿੱਤਾ ਜੀ, ਉਹ 18 ਨੁਕਾਤੀ ਪ੍ਰੋਗਰਾਮ ਜਿਹੜਾ ਹੈਗਾ ਉਹ ਕਿਹਦਾ ਪ੍ਰੋਗਰਾਮ ਸੀ? ਉਹ ਪ੍ਰੋਗਰਾਮ ਤਾਂ ਉਹੀ ਸੀ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਸੀ। ਨਵਜੋਤ ਸਿੰਘ ਸਿੱਧੂ ਵਾਲਾ ਪ੍ਰੋਗਰਾਮ ਦੇਤਾ ਲਾਲ ਭਾਈ ਕਾਕਾ ਹੋਮਵਰਕ ਤੂੰ ਘਰੇ ਜਾ ਕੇ ਕਰ ਜੀ। ਉਧਰੋਂ ਹੋਮਵਰਕ ਕਰਨ ਵਾਸਤੇ ਭੇਜਤਾ, ਉਧਰੋਂ ਪ੍ਰਧਾਨ ਬਣਦਾ। ਔਰ ਉਹੀ ਜਿਹੜਾ ਹੈਗਾ 18 ਨੁਕਾਤੀ ਪ੍ਰੋਗਰਾਮ ਨਵਜੋਤ ਸਿੰਘ ਸਿੱਧੂ ਨੇ ਕੱਲ ਕੀਤਾ ਕਿ ਮੈਂ ਲਾਗੂ ਕਰੂੰਗਾ। ਠੀਕ ਹੈ, ਨਵਜੋਤ ਸਿੰਘ ਸਿੱਧੂ ਨੇ ਆਪਦਾ ਜਾਣਾ ਸ਼ੁਰੂ ਕਰਤਾ। ਅਗਲੀ ਗੱਲ ਜਿਹੜੀ ਦੇਖਣ ਵਾਲੀ ਗੱਲ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਸਪੋਰਟ ਮਿਲ ਰਹੀ ਹੈ ਉਹ ਸਪੋਰਟ ਇਸ ਹੱਦ ਤੱਕ ਮਿਲ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇਹ ਗੱਲ ਕਹੀ ਸੀ ਨਾ ਕਿ ਜੀ ਮੈਂ ਉਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਨਾਲ ਗੱਲ ਨਹੀਂ ਕਰੂੰਗਾ ਜਿੰਨੀ ਦੇਰ ਤੱਕ ਜਨਤਕ ਤੌਰ ਤੇ ਜਿਹੜੇ ਉਹਨੇ ਟਵੀਟ ਕੀਤੇ ਆ ਉਹਦੀ ਮਾਫੀ ਨਹੀਂ ਮੰਗੂਗਾ। ਹਜੇ ਨਵਜੋਤ ਸਿੰਘ ਸਿੱਧੂ ਨੇ ਤਾਂ ਕੁਝ ਕਿਹਾ ਹੀ ਨਹੀਂ, ਲੇਕਿਨ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਮਰਥਕ ਹੈ ਜਾਂ ਜਿਹੜੇ ਹਾਈ ਕਮਾਂਡ ਦੇ ਸਮਰਥਕ ਹੈ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਵਜੋਤ ਸਿੱਧੂ ਨੇ ਕੀ ਕਿਹਾ ਸੀ। ਨਵਜੋਤ ਸਿੱਧੂ ਨੇ ਤਾਂ ਆਪਦੇ ਟਵੀਟਾਂ ਦੇ ਵਿੱਚ ਉਹੀ ਗੱਲ ਉਠਾਈ ਹੈ ਜਿਹੜੀ ਪਬਲਿਕ ਦੇ ਨਾਲ ਆਪਾਂ ਵਾਅਦੇ ਕੀਤੇ ਸੀ ਤੇ ਜੇ ਪਬਲਿਕ ਨਾਲ ਵਾਅਦੇ ਕੀਤੇ ਉਹਨੇ ਉਠਾ ਦਿੱਤੇ, ਆਪਾਂ ਪੂਰੇ ਨਹੀਂ ਕੀਤੇ ਤਾਂ ਮਾਫੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੰਗਣੀ ਚਾਹੀਦੀ। ਉਹ ਗੱਲ ਉਲਟ ਆ ਗਈ। ਹੁਣ ਅਗਲੀ ਗੱਲ, ਅੱਜ ਨਵਜੋਤ ਸਿੰਘ ਸਿੱਧੂ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ। ਮੈਨੂੰ ਇਤਰਾਜ਼ ਆ ਵੈਸੇ ਕੁਝ ਟੈਲੀਵਿਜ਼ਨਾਂ ਦੇ ਉੱਤੇ, ਜਿਹੜੇ ਟੈਲੀਵਿਜ਼ਨ ਵਾਲਿਆਂ ਨੇ ਆਪਣਾ ਸਮਾਨ ਵੇਚਣਾ ਹੁੰਦਾ ਨਾ, ਉਹ ਵਾਰ-ਵਾਰ ਨਵਜੋਤ ਸਿੰਘ ਸਿੱਧੂ ਮੱਥਾ ਟੇਕਣ ਵਾਸਤੇ ਗਏ। ਉਹਨੇ ਸਾਰੇ MLA ਨੂੰ ਕਹਿਤਾ, ਸਾਰੇ ਕਾਂਗਰਸ ਦੇ ਪ੍ਰਧਾਨਾਂ ਨੂੰ ਕਹਿਤਾ, ਸੁਨੇਹਾ ਭੇਜਤਾ ਵੀ ਭਾਈ ਆ ਜਿਓ। ਨਵਾਂ ਲੀਡਰ ਬਣਦਾ, ਅਗਲੇ ਨੂੰ ਇਹ ਪਤਾ ਵੀ ਕੱਲ ਨੂੰ ਇਹਦੀ ਰਿਕਮੈਂਡੇਸ਼ਨ ਤੇ ਟਿਕਟਾਂ ਮਿਲਣਗੀਆਂ ਸਾਰੇ ਜਾਂਦੇ। ਜਿਹੜੇ MLA ਅਗਲੇ ਨੂੰ ਕਿਤੇ ਜੇ ਮੈਂ ਨਾ ਗਿਆ ਤਾਂ ਮੇਰੀ ਕੱਟੀ ਨਾ ਜਾਵੇ। ਜਿਹੜੇ ਲੜ ਚੁੱਕੇ ਆ ਉਹ ਕਿਤੇ ਜੇ ਮੈਂ ਨਾ ਗਿਆ ਤਾਂ ਮੇਰੇ ਹਲਕੇ ਵਾਲਾ ਹੋਰ ਨਾ ਉੱਠ ਜਾਵੇ। ਦੇਖੋ ਜੀ ਜਿਨ੍ਹਾਂ ਨੇ ਇੱਕ ਹਲਕੇ ਚੋਂ 4-4 ਬੰਦੇ ਗਏ, ਹਰ ਇੱਕ ਨੇ ਜਾ ਕੇ ਆਪਦਾ ਮੂੰਹ ਤਾਂ ਦਿਖਾਉਣਾ ਹੀ ਹੈ। ਲਓ ਜੀ ਮੈਂ ਵੀ ਆ ਗਿਆ। ਹੁਣ ਉਹ ਗਿਆ ਤਾਂ ਹੈਗਾ ਆਪਦੀ ਸ਼ਰਧਾ ਦੇ ਲਿਹਾਜ਼ ਨਾਲ। ਆਪਾਂ ਨੂੰ ਸ਼ਰਧਾ ਮੰਨਣੀ ਚਾਹੀਦੀ ਹੈ ਕਿਉਂਕਿ ਇੱਕ ਰਵਾਇਤ ਹੈ ਕਿ ਕਿਸੇ ਨੂੰ ਜਦੋਂ ਕੋਈ ਵੀ ਪੋਜੀਸ਼ਨ ਮਿਲਦੀ ਹੈ ਪੰਜਾਬ 'ਚ ਖਾਸ ਕਰਕੇ ਇੰਡੀਆ ਦੇ ਵਿੱਚ ਵੀ ਬਹੁਤ ਲੋਕ ਹਰਮੰਦਰ ਸਾਹਿਬ ਆਉਂਦੇ ਨਹੀਂ ਮਤਲਬ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਹੈ ਨਾ ਵੀ ਜਦੋਂ ਬੰਦੇ ਨਹੀਂ ਜਾਣਾ ਜੀ ਪਹਿਲਾਂ ਹਰਮੰਦਰ ਸਾਹਿਬ ਮੱਥਾ ਟੇਕਿਆ। ਉਹ ਅੱਛਾ ਜੇ ਇਕੱਲੇ ਦੂਜੇ ਹੈਗੇ ਜੀ ਦੁਰਗਿਆਨਾ ਮੰਦਿਰ ਵੀ ਜਾਇਆ, ਉੱਪਰੇ ਰਾਮ ਤੀਰਥ ਵੀ ਜਾਇਆ, ਦੂਜੇ ਜਿਹੜੇ ਹੈਗੇ ਉਹ ਆ ਕਹਿੰਦੇ ਜੀ ਇੱਥੇ ਆਪਾਂ ਜਲਿਆਂਵਾਲੇ ਬਾਗ ਦੇ ਵਿੱਚ ਵੀ ਜਾਈਏ। ਪਰ ਅੱਜ ਜਿਹੜੀ ਅਖਬਾਰਾਂ ਟੈਲੀਵਿਜ਼ਨਾਂ ਦੇ ਵਿੱਚ ਚੱਲ ਰਹੀਆਂ ਨੇ ਸ਼ਕਤੀ ਪ੍ਰਦਰਸ਼ਨ, ਆਸਥਾ ਨੂੰ ਸ਼ਕਤੀ ਪ੍ਰਦਰਸ਼ਨ ਨਾ ਕਹੋ। ਸ਼ਕਤੀ ਪ੍ਰਦਰਸ਼ਨ ਤਾਂ ਬਥੇਰਾ ਟਾਈਮ ਪਿਆ ਅਜੇ ਕਈ ਮਿੰਟ। ਸ਼ਕਤੀ ਪ੍ਰਦਰਸ਼ਨ ਤਾਂ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਉਦੋਂ ਹੀ ਕਰਤਾ ਸੀ ਜਦੋਂ ਤ੍ਰਿਪਤ ਰਜਿੰਦਰ ਬਾਜਵੇ ਦੇ ਘਰ ਜਾਇਆ ਸੀ। ਸੋ ਸ਼ਕਤੀ ਪ੍ਰਦਰਸ਼ਨ ਵਾਲੀ ਗੱਲ ਨਾ ਕੀਤੀ। ਪਰ ਅੱਜ ਵਾਲੀ ਜਿਹੜੀ ਦਾਨੇਵਾਲ ਸਾਹਿਬ ਜਿਹੜੀ ਅੱਜ ਦੀ ਕਹਾਣੀ ਹੈ ਨਾ, ਅੱਜ ਦੀ ਕਹਾਣੀ ਨੂੰ ਮੈਂ 2 ਨੁਕਤਿਆਂ ਤੋਂ ਦੇਖਦਾ ਜੀ। ਅੱਜ ਪੂਰਾ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਆਪਣਾ ਸਮਰਥਨ ਕਹਿ ਸਕਦੇ ਪੂਰਾ ਸਮਰਥਨ ਲੈ ਕੇ ਕਲੇਮ ਕੀਤਾ ਉਹਨਾਂ ਨੇ ਕਿ 60-62 ਬੰਦੇ ਸਾਡੇ ਕੋਲੇ ਆ ਗਏ MLA। ਜੇ 60-62 ਆ ਗਏ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲੇ ਰਾਜ ਪਲਟੇ ਦਾ ਸਮਾਨ ਹੈਗਾ ਉਹਨਾਂ ਕੋਲੇ। ਹੁਣ ਉਹ ਰਾਜ ਪਲਟਾ ਕਰਕੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦੇਣ, ਇਹ ਹਾਈ ਕਮਾਂਡ ਨੇ ਦੇਖਣਾ ਵੀ ਜੇ ਉਹ ਨਹੀਂ ਮੰਨਦਾ ਉਹਨੂੰ ਲਵਾਉਣਾ ਕਿ ਨਹੀਂ ਲਵਾਉਣਾ। ਇਸ਼ਾਰਾ ਦੇਊਗੀ ਤਾਂ ਹਾਂ, ਪਰ ਹਾਈ ਕਮਾਂਡ ਇਹ ਸੋਚਦੀ ਹੈ ਨਾ ਵੀ ਡਰਾ ਡਰੂ ਕੇ ਜਲੀਲ ਜਲੂਲ ਕਰਕੇ ਦੋਨਾਂ ਧਿਰਾਂ ਨੂੰ ਇਕੱਠੇ ਰੱਖ ਲਈਏ। ਇਹ ਪ੍ਰਭਾਵ ਨਾ ਜਾਵੇ ਜੇ ਇੱਕ ਜਣਾ ਪਾਸੇ ਇੱਕ ਟਾਇਰ ਲੈ ਗਿਆ ਤਾਂ ਲੋਕਾਂ 'ਚ ਪ੍ਰਭਾਵ ਮਾੜਾ ਜਾਊਗਾ ਤੇ ਕਿਤੇ ਦੂਜੇ ਨਾਲ ਜਿੱਤ ਜਾਣ। ਪਰ ਇੱਕ ਜਿਹੜੀ ਹੋਰ ਗੱਲ ਹੈ ਨਾ ਜਿਹੜੀ ਮੈਨੂੰ ਉਹ ਬੜੇ ਲੱਗੇ ਅੱਜ ਨਿਸ਼ਾਨਾ ਬੜਾ ਤੱਕ ਤੁਸੀਂ ਦੇਖੋ 1920 ਦੇ ਵਿੱਚ ਅਕਾਲੀ ਦਲ ਬਣਿਆ ਸੀ ਜੀ। 1920 ਤੋਂ ਲੈ ਕੇ 1995-96 ਤੱਕ ਅਕਾਲੀ ਦਲ ਦਾ ਹੈੱਡਕੁਆਟਰ ਕਿੱਥੇ ਹੁੰਦਾ ਸੀ? ਅੰਮ੍ਰਿਤਸਰ ਹਾਂਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੰਪਲੈਕਸ ਦੇ ਵਿੱਚ ਹੀ ਹੁੰਦਾ ਸੀ। ਮੇਰਾ ਖਿਆਲ ਤੇਜਾ ਸਿੰਘ ਸਮੁੰਦਰੀ ਹਾਲ ਹੈ ਕਿ ਇਹਦੇ ਨਾਲ ਹੀ ਸੀ ਕਿਤੇ ਉੱਥੇ ਹੁੰਦਾ ਸੀ। ਹੌਲੀ ਹੌਲੀ ਫਿਰ ਜਦੋਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ 'ਚ ਤਬਦੀਲ ਕਰਤਾ ਉਦੋਂ ਚੰਡੀਗੜ੍ਹ ਜਾ ਕੇ ਸੈਕਟਰੀ 28 'ਚ ਉਹਨਾਂ ਨੇ ਬਣਾ ਲਿਆ। ਹੁਣ ਤੁਸੀਂ ਇਹ ਦੇਖੋ ਕਿ ਅਕਾਲੀ ਦਲ ਦਾ ਪੰਥਕ ਪਾਰਟੀ ਦਾ ਹੈੱਡਕੁਆਟਰ ਚੰਡੀਗੜ੍ਹ, ਕਾਂਗਰਸ ਪਾਰਟੀ ਦਾ ਜਿਹੜਾ ਸਬ ਹੈੱਡਕੁਆਟਰ ਹੈ ਉਹ ਅੰਮ੍ਰਿਤਸਰ ਬਣ ਗਿਆ।
ਕਿਉਂਕਿ ਪ੍ਰਧਾਨ ਉੱਥੇ ਹੈ। ਪ੍ਰਧਾਨ ਜੀ ਦਾ ਇਧਰਲੇ ਪ੍ਰਧਾਨ ਜੀ ਦਾ ਘਰ ਬਾਦਲ ਹੈ ਤੇ ਜਾਂ ਚੰਡੀਗੜ੍ਹ ਹੈ। ਹਾਂ ਉਸ ਪ੍ਰਧਾਨ ਦਾ ਘਰ ਜਿਹੜਾ ਪਟਿਆਲੇ ਤੋਂ ਬਾਅਦ ਜਿਹੜਾ ਅਸਲ ਘਰ ਹੈ ਅੰਮ੍ਰਿਤਸਰ ਹੈ। ਜਿੱਥੇ ਉਹ ਰਹਿੰਦਾ, ਜਿੱਥੇ ਉਹਨੇ ਕਿਹਾ ਸੀ ਕਿ ਮੈਂ ਜਿਹੜਾ ਹੈਗਾ ਇਹ ਲੋਕਾਂ ਨਾਲ ਵਾਅਦਾ ਕਰਦਾ ਕਿ ਮੈਂ ਗੁਰੂ ਦੀ ਧਰਤੀ ਛੱਡੂਗਾ ਨਹੀਂ। ਉਹਦਾ ਪਰਿਵਾਰ ਉੱਥੇ ਰਹਿੰਦਾ ਜੀ ਜੀ। ਚਲੋ ਚਾਹੇ ਉਹਨਾਂ ਦੀ ਮੈਡਮ ਨਾਲ ਰਹਿੰਦੀ, ਉਹਨਾਂ ਦੀ ਹੁਣ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ, ਭੱਜ ਨੱਠ ਹੁੰਦੀ ਹੈ ਸਾਰਾ, ਜਾਂ ਕੋਈ ਬੰਦਾ ਸਾਰਾ ਕੁਝ ਦੇਖਦਾ ਵੀ ਵਿਚਾਲੇ ਜਾ ਕੇ ਬੈਠ ਗਏ ਜੀ, ਲੇਕਿਨ ਘਰ ਤਾਂ ਉਹਨਾਂ ਦਾ ਹੈ। ਹੁਣ ਹੈੱਡਕੁਆਟਰ ਉੱਥੇ ਚਲਾ ਗਿਆ। ਹੁਣ ਪੰਥਕ ਵੋਟ ਹੈ ਜਿਹੜੀ ਪੰਥਕ ਵੋਟ ਜਿਹੜੀ ਹੈਗੀ ਹੈ, ਪੰਥਕ ਵੋਟ ਦੇ ਉੱਤੇ ਵੀ ਇਸ ਗੱਲ ਦਾ ਅਸਰ ਪੈਣਾ ਜੀ। ਸੋ ਕੁੱਲ ਮਿਲਾ ਕੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵੈਸੇ ਕੱਲ ਕਹਿੰਦੇ ਆ ਮਨਪ੍ਰੀਤ ਸਿੰਘ ਬਾਦਲ ਨੇ ਟਵੀਟ ਤਾਂ ਕਰਤਾ ਸੀ, ਵੈਲਕਮ ਕਰਤਾ ਸੀ। ਇਹਨੇ ਬਰਮ ਮਹਿੰਦਰ ਨੇ ਤਾਂ ਇੰਨਾ ਕੀ ਕਿਹਾ ਵੀ CM ਤੋਂ ਪਹਿਲਾਂ ਮਾਫੀ ਮੰਗਣ ਵਾਲੀ ਗੱਲ ਕਰੀ। ਪਰ ਮੈਂ ਇੱਕ ਗੱਲ ਕਹਿਣਾ, ਹੋਣਾ ਇਹਨਾਂ ਦਾ ਨੁਕਸਾਨ ਹੈ। ਜਿੱਦੀ ਨਵਜੋਤ ਸਿੱਧੂ ਵੀ ਪੂਰਾ ਤੇ ਜਿੱਦੀ ਕੈਪਟਨ ਅਮਰਿੰਦਰ ਵੀ ਪੂਰਾ ਹੈ। ਸਿਆਣਪ ਵਾਲੀ ਗੱਲ। ਹਾਂ, ਅਮਰਿੰਦਰ ਦਾ ਜਿਹੜਾ ਪੋਲੀਟੀਕਲ ਐਡਵਾਈਜ਼ਰ, ਆਪਣਾ ਮੀਡੀਆ ਐਡਵਾਈਜ਼ਰ ਹੈ ਰਵੀਨ ਠੁਕਰਾਲ, ਸਿਆਣਾ ਉਹ ਵੀ ਕਾਫੀ ਹੈ। ਉਹ ਨਹੀਂ ਤਾਂ ਫਿਰ ਉਹਦਾ ਸਿਰੇ ਵਾਲਾ ਇਹਦਾ ਕਹਿੰਦਾ ਇੱਕ ਕਰੇਲਾ ਤੇ ਦੂਜਾ ਨਿੰਮ ਚੜ ਗਿਆ। ਉਹਨੇ ਜਿਹੜਾ ਟਵੀਟ ਕੀਤਾ ਕਿ ਨਾ ਤਾਂ ਅਜੇ ਤੱਕ ਸਾਥੋਂ ਟਾਈਮ ਮੰਗਿਆ ਮੁੱਖ ਮੰਤਰੀ ਤੋਂ, ਤੇ ਨਾ ਮੁੱਖ ਮੰਤਰੀ ਨੇ ਮਤਲਬ ਫੈਸਲਾ ਕੀਤਾ ਵੀ ਉਨੀ ਦੇਰ ਤੱਕ ਮੈਂ ਇਹ ਗੱਲ ਕਰਾਂ। ਪਰ ਕਾਂਗਰਸ ਪਾਰਟੀ ਕੋਲੇ 4-5 ਬੰਦੇ ਹੈਗੇ ਸਿਆਣੇ ਬੰਦੇ, ਉਹਨਾਂ ਦੇ ਵਿੱਚੋਂ ਨੰਬਰ 1 ਦੇ ਉੱਤੇ ਹੈਗਾ ਲਾਲ ਸਿੰਘ ਬੜਾ ਸਿਆਣਾ, ਸਭ ਤੋਂ ਸੀਨੀਅਰ ਬੰਦਾ। ਉਹਨੂੰ ਕਾਂਗਰਸ ਪਾਰਟੀ ਦਾ ਦਿਮਾਗ ਵੀ ਕਹਿੰਦੇ, ਕਾਂਗਰਸ ਪਾਰਟੀ ਦੀ ਮਾਂ ਵੀ ਕਹਿੰਦੇ। ਨੰਬਰ 2 ਦੇ ਉੱਤੇ ਮੈਂ ਦੇਖਦਾ ਰਾਣਾ KP ਸਿੰਘ। ਰਾਣਾ KP ਸਿੰਘ ਟਰੂ ਕਾਂਗਰਸੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਬੜਾ ਕਰੀਬ ਹੈ ਜੀ। ਹੁਣ ਵੀ ਕੈਪਟਨ ਅਮਰਿੰਦਰ ਉਹਦੇ ਨਾਲ ਗੱਲਬਾਤ ਕਰਦਾ ਹੈ। ਨੌਜਵਾਨ ਮੁੰਡਿਆਂ ਦੇ ਵਿੱਚੋਂ ਜੇ ਆਪਾਂ ਦੇਖੀਏ, ਸਾਰਿਆਂ ਨੂੰ ਦੇਖੋ ਤੁਸੀਂ, ਮੇਰਾ ਖਿਆਲ ਹੈ ਵੀ ਡੇ 1 ਤੋਂ ਰਾਜਾ ਵੜਿੰਗ ਕੈਪਟਨ ਅਮਰਿੰਦਰ ਸਿੰਘ ਨਾਲ ਖਫਾ ਹੈ। ਪਰ ਉਹ ਬੋਲਣ ਦੇ ਮਾਮਲੇ 'ਚ ਬੜਾ ਸੁਚੇਤ ਹੈ। ਉਹ ਕਹਿੰਦਾ ਸਾਡਾ ਸਾਡਾ ਮੁੱਖ ਮੰਤਰੀ ਹੈ, ਉਹ ਸਾਡਾ ਲੀਡਰ ਹੈ। ਉਹ ਬੰਦੇ ਨੂੰ ਉਹਨੇ ਸਲਾਹਕਾਰ ਬਣਾਇਆ ਸੀ, ਉਹਨੇ ਸਲਾਹਕਾਰੀ ਵੀ ਛੱਡਤੀ ਸੀ ਜੀ। ਅੱਜ ਵੀ ਮੈਂ ਉਹਦੀਆਂ ਸਟੇਟਮੈਂਟਸ ਜਿਹੜੀਆਂ ਸੁਣ ਰਿਹਾ ਸੀ, ਉਹ ਕਹਿੰਦਾ ਯਾਰ ਘਰ 'ਚ ਰਫੜ ਪੈ ਜਾਂਦਾ ਹੈ, ਆਪੇ ਸਾਰਾ ਕੁਝ ਹੋ ਜਾਂਦਾ, ਅਸੀਂ ਡੋਡੀ ਕਦੋਂ ਹੈ ਜੀ। ਇੱਕ ਨੇ ਮੇਰਾ ਖਿਆਲ ਹੈ ਜਦੋਂ ਨਾ ਕਰਕੇ ਕੋਈ ਕਹਿੰਦੇ ਜੀ ਤੁਸੀਂ ਦੱਸੋ, ਫਿਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਲਿਖਤਾ ਦਾ ਵੀ ਮਾਫੀ ਤੋਂ ਬਗੈਰ ਮੈਂ ਨਹੀਂ ਮਿਲਦਾ। ਉਹ ਰਾਜਾ ਫਿਰ ਉਹਨੂੰ ਚੱਕਿਆ, ਕਹਿੰਦਾ ਯਾਰ ਤੂੰ ਨਾ ਤੁਸੀਂ ਪੈਟਰੋਲ ਨਹੀਂ ਪਾਉਣੋ ਹਟਦੇ ਅੱਗ ਤੇ, ਤੁਸੀਂ ਮੱਲੋ ਮੱਲੀ ਅੱਗ ਲਾਉਣੀ, ਪੈਟਰੋਲ ਪਾਉਣੀ। ਮੇਰੇ ਖਿਆਲ ਮੁਤਾਬਕ ਉਹਨੇ ਲੋਗੋ ਵੇਖ ਲਿਆ ਸੀ, ਲੋਗੋ PTC ਵਾਲਿਆਂ ਦਾ ਹੋਣਾ ਜਿਹੜਾ ਉਹਨੇ ਇਹ ਸ਼ਬਦ ਵਰਤੇ। ਉਹਦੀ ਜਿਹੜੀ ਗੱਲਬਾਤ ਤੋਂ ਮੈਨੂੰ ਇਉਂ ਲੱਗਿਆ ਕਿ ਉਹ ਬੰਦਾ ਵੀ ਮੀਡੀਏਟਰ, ਇਹ 3-4 ਬੰਦੇ ਜਿਹੜੇ ਹੈਗੇ ਜਿਹੜਾ ਮੀਡੀਏਟਰ ਦਾ ਰੋਲ ਅਦਾ ਕਰ ਸਕਦੇ ਜੀ ਜੀ। ਚਾਹੀਦਾ ਤਾਂ ਵੈਸੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ। ਮਨਪ੍ਰੀਤ ਸਿੰਘ ਬਾਦਲ ਕੈਬਨਿਟ ਦੇ ਵਿੱਚ ਵੀ 3ਜਾ ਸਥਾਨ ਹੈ ਇਹਦਾ, ਬਿਲਕੁਲ ਜੀ। ਔਰ ਨਵਜੋਤ ਸਿੱਧੂ ਦੇ ਨਾਲ ਵੀ ਇਹਦੇ ਤਲਕਤ ਕੋਈ ਚੰਗੇ। ਇਸ ਕਰਕੇ 4 ਬੰਦੇ ਜਿਹੜੇ ਹੈਗੇ ਨੇ ਨਾ, 4 ਬੰਦਿਆਂ ਨੂੰ ਚਾਹੀਦਾ ਵੀ ਚੁੱਪ ਕਰਕੇ ਜਾ ਕੇ ਇਹ ਕੈਪਟਨ ਅਮਰਿੰਦਰ ਨੂੰ, ਤੇ ਚਾਹੇ ਆਪ ਕਿਸੇ ਹੋਰ ਦੇ ਘਰੇ ਚਾਹ ਤੇ ਰੱਖ ਲੈਣ, ਚਾਹ ਤੇ ਰੱਖ ਕੇ ਕਿੰਨੀ ਵੱਡੀ ਗੱਲ, ਆਮਣੇ ਸਾਹਮਣੇ ਹੋ ਗਏ, ਉਹਦੇ ਅੱਖਾਂ ਦੋਨਾਂ ਨੇ ਅੱਖਾਂ ਦੀਆਂ ਭਰ ਲੈਣੀਆਂ ਵੀ ਹਾਂ ਵੀ ਤੂੰ ਮੇਰਾ ਪੁੱਤ ਤੇ ਤੂੰ ਮੇਰਾ ਪਾਪਾ ਤੇ ਤੂੰ ਫਲਾਂ ਤੇ ਇਹਨਾਂ ਦਾ ਇਹ ਹੋ ਜਾਣਾ। ਇੰਨਾ ਕੀ ਹੁੰਦਾ, ਕਿਉਂਕਿ ਇਹਨਾਂ ਦੇ ਕੋਲੇ ਮਹੀਨੇ ਰਹਿ ਗਏ ਸਾਰੇ 3, ਨਹੀਂ ਤਾਂ ਲੋਕ ਪਾਪਾ ਬਣਾ ਦੇਣਗੇ, ਨਹੀਂ ਤਾਂ ਲੋਕ ਫਿਰ ਦੋਨਾਂ ਨੂੰ ਪਾਪੜ ਖਵਾ ਦੇਣਗੇ ਦੋਨਾਂ ਧੜਿਆਂ ਨੂੰ। ਫਿਰ ਆ ਜਿਹੜੇ ਆ ਨਾਲ ਤੁਰੇ ਫਿਰਦੇ ਨਾ ਵੀ ਛੇਤੀ ਜੀ ਮੇਰੀ ਨਾ ਟਿਕਟ ਕੱਟੀ ਜਾਵੇ, ਤੇ ਫਿਰ ਲੋਕ ਟਿਕਟਾਂ ਕੱਟ ਦਿੰਦੇ। ਵੈਸੇ ਉਹ ਕਾਂਗਰਸ ਵੀ ਪਾਪੜ ਖਾਣ ਨੂੰ ਧੱਕੇ ਨਾਲ ਹੀ ਤਿਆਰ ਹੋਈ ਬੈਠੀ। ਹੁਣ ਮਣੀਪੁਰ ਦੇ ਵਿੱਚ ਵੀ ਖਲਾਰਾ ਪਿਆ ਖੜਾ। ਮਣੀਪੁਰ 'ਚ ਤਾਂ ਬਾਹਲਾ ਇਹੀ ਹੈ ਨਾ। ਮਣੀਪੁਰ 'ਚ ਹੁਣ ਤੁਸੀਂ ਖਲਾਰਾ ਦੇਖੋ ਆਪਾਂ ਪਹਿਲਾਂ ਵੀ ਕਹਿੰਦੇ ਆ ਜੀ, ਕ੍ਰਾਈਸਿਸ ਚਾਹੇ ਪੰਜਾਬ ਦਾ, ਚਾਹੇ ਹਰਿਆਣੇ ਦਾ, ਚਾਹੇ ਰਾਜਸਥਾਨ ਦਾ ਹੈ, ਚਾਹੇ ਮਣੀਪੁਰ ਦਾ ਹੈ, ਇੱਥੇ ਜਿਹੜੀਆਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਅਣਗਹਿਲੀਆਂ ਕੀਤੀਆਂ ਜੀ ਕਾਂਗਰਸ ਹਾਈ ਕਮਾਂਡ ਦੀਆਂ ਜੀ, ਵਕਤ ਸਿਰ ਇਹ ਦਿੰਦੇ ਨਹੀਂ। ਹੁਣ ਮੰਨ ਲਓ ਵੀ ਜਿਹੜਾ ਕੰਮ ਨਵਜੋਤ ਸਿੱਧੂ ਨੂੰ ਇਹਨਾਂ ਨੇ ਹੁਣ ਦਿੱਤਾ ਹੈ, ਜਦੋਂ ਇਹਨੂੰ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ, ਕਿੰਨੇ ਵਾਰੀ ਗੱਲ ਕਰ ਚੁੱਕੇ ਹਾਂ ਵੀ ਕੀ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਕੀ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਉਹ ਪੂਰੇ ਨਹੀਂ ਹੋਏ। ਉਦੋਂ ਇਹਨਾਂ ਨੇ ਕਿਉਂ ਨਹੀਂ ਕੀਤਾ? ਹੁਣ ਜਦੋਂ 6 ਮਹੀਨੇ ਵੀ ਰਹਿ ਗਏ ਇਲੈਕਸ਼ਨ ਦੇ ਵਿੱਚ, ਉਦੋਂ ਕਰ ਲੱਗੇ। ਜੇ ਆਹੀ ਜਿਹੜੀ ਐਕਸਰਸਾਈਜ਼ ਹੁਣ ਕੀਤੀ ਹੈ, ਸਾਲ ਪਹਿਲਾਂ ਕੀਤੀ ਹੁੰਦੀ ਤੇ ਹੁਣ ਤੱਕ ਤਾਂ ਇਹਨਾਂ ਦੇ ਵਿੱਚ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਵੀ ਜਿਹਨੇ ਜਾਣਾ ਸੀ ਜਾ ਵੜਦਾ ਤੇ ਸਥਾਪਤੀ ਹੋ ਜਾਂਦੀ, ਬੜਾ ਈਜ਼ੀਲੀ ਇਹ ਆਪਦਾ ਕੰਮ ਕਰ ਲੈਂਦੇ। ਹੁਣ ਇਹ ਜੇ ਹੁਣ ਰਾਜੀਨਾਮਾ ਵੀ ਹੋਊਗਾ ਤਾਂ ਰਾਜੀਨਾਮਾ ਕਰਾਉਣ ਦੇ ਉੱਤੇ ਵੀ ਤੁਹਾਨੂੰ ਮੰਨਦਿਆਂ ਨੂੰ ਮਹੀਨੇ ਲੱਗ ਜਾਂਦੇ, ਉਹਦੇ 'ਚ ਨੁਕਸਾਨ ਹੋਣਾ ਹੈ। ਮਣੀਪੁਰ ਦੇ ਵਿੱਚ ਕੱਲ ਕਾਂਗਰਸ ਪਾਰਟੀ ਦਾ ਜੀ ਜਿਹੜਾ ਹੈਗਾ ਸੂਬਾ ਪ੍ਰਧਾਨ ਇਸਤੀਫਾ ਦੇ ਗਿਆ, ਔਰ ਖਬਰਾਂ ਇਹ ਆ ਰਹੀਆਂ ਹੈ ਮਣੀਪੁਰ ਦੀਆਂ ਚੋਣਾਂ ਵੀ ਪੰਜਾਬ ਦੇ ਨਾਲ ਹੀ ਹੋ ਰਹੀਆਂ 7 ਮਹੀਨਿਆਂ ਨੂੰ। ਅੱਛਾ ਜੀ। ਖਬਰਾਂ ਇਹ ਆ ਰਹੀਆਂ ਕਿ 8 MLA ਪ੍ਰਧਾਨ ਦੀ ਅਗਵਾਈ ਦੇ ਵਿੱਚ BJP ਜੁਆਇਨ ਕਰ ਰਹੇ। ਅੱਛਾ, ਇਹਦਾ ਮਤਲਬ ਮਣੀਪੁਰ ਵੀ ਸਾਫ਼ ਹੋ ਗਿਆ। ਉੱਥੇ ਵੀ ਸੱਕ ਲਾ ਲਿਆ। ਉੱਥੇ ਇਹਨਾਂ ਦੀ ਸਰਕਾਰ ਹੁੰਦੀ ਸੀ, ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ, ਉਹ ਵੀ ਗਿਆ। ਇਹਦੇ 'ਚ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਸਾਰੇ ਲੋਕ ਜਿਹੜੇ ਹੈਗੇ ਜਿਹੜੇ ਜਾ ਰਹੇ ਹੈ, ਇਹ ਕੌਣ ਹੈ? ਇਹਦਾ ਕੱਲੇ ਬੰਦਿਆਂ ਦਾ ਸਾਨੂੰ ਦੇਖਣਾ ਪੈਣਾ। ਕਾਂਗਰਸ ਪਾਰਟੀ ਨੂੰ ਦੇਖਣਾ, ਇਹਦੇ 'ਚ ਲਓ ਜੀ, ਰਾਜਸਥਾਨ ਦਾ ਸੰਕਟ ਬਰਕਰਾਰ ਹੈ। ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ, ਗੋਆ, ਉੱਤਰਾਖੰਡ, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕਾ, ਮਹਾਰਾਸ਼ਟਰ ਦੇ ਵੱਡੇ ਲੀਡਰ ਜਿਹੜੇ ਪਾਰਟੀ ਛੱਡ ਗਏ।
ਤੇ ਜੇ ਕੱਲੇ ਬੰਦੇ ਦਾ ਨਾਂ ਲੈਣੇ ਤਾਂ ਮੈਂ ਦੇਖ ਲਓ ਜੀ, ਉਦੋਂ ਪੁਰਾਣਾ ਇਤਿਹਾਸ ਹੀ ਪਿਆ ਜੀ। ਐਤਕੀ ਜਿਹੜੀ ਮੋਦੀ ਸਰਕਾਰ ਹੈਗੀ ਹੈ, ਉਹਦੀ ਕੈਬਨਿਟ, ਉਹਦੇ ਚ ਕਿੰਨੇ ਮੰਤਰੀ ਸਾਬਕਾ ਕਾਂਗਰਸ? ਨਹੀਂ ਮੈਂ ਤੁਹਾਨੂੰ ਜਿਹੜੇ ਲੇਟੈਸਟ ਗਏ ਹੈ, ਜਿਹੜੇ ਲੀਡਰਾਂ ਦੇ ਵਿੱਚੋਂ ਜੋਤਿਰਾਦਿੱਤਿਆ ਸਿੰਧੀਆ ਮੱਧ ਪ੍ਰਦੇਸ਼ ਦਾ, ਉਹਨੇ ਸਰਕਾਰ ਹੀ ਉਲਟਾਤੀ। ਉਹ ਕਿਹਦਾ ਕਰੀਬੀ ਸੀ? ਉਹ ਕਰੀਬੀ ਸੀ ਰਾਹੁਲ ਗਾਂਧੀ ਦਾ। ਜਤਨ ਪ੍ਰਸਾਦ, ਇਹ ਯੂਪੀ ਦੇ ਵਿੱਚੋਂ ਆਉਂਦਾ, ਜਤਿੰਦਰ ਪ੍ਰਸਾਦ ਦਾ ਮੁੰਡਾ। ਹਾਂਜੀ। ਇਸ ਬੰਦੇ ਨੂੰ ਲਾਤਾ ਸੀ ਬੰਗਾਲ ਦਾ ਇੰਚਾਰਜ। ਬੰਗਾਲ ਦਾ ਇਹ ਇੰਚਾਰਜ ਲਾਤਾ ਤੇ ਉੱਥੇ ਕਾਂਗਰਸ ਪਾਰਟੀ ਦਾ ਸੂਪੜਾ ਹੋ ਗਿਆ ਸਾਫ਼। ਹੁਣ ਕਹਿਣ ਵਾਲੇ ਬੰਦੇ ਇਹ ਗੱਲ ਕਹਿੰਦੇ ਆ ਕਿ ਅਸਲ ਦੇ ਵਿੱਚ ਬੰਗਾਲ ਦਾ ਇੰਚਾਰਜ ਲਾਇਆ ਸੀ ਰਾਹੁਲ ਗਾਂਧੀ ਨੇ, ਤੇ ਕੰਮ ਉਹ ਕਰਦਾ ਸੀ ਬੀਜੇਪੀ ਦਾ। ਉਹਨੇ ਜਦੋਂ ਉੱਥੇ ਐਨ ਬੀਜੇਪੀ ਦਾ ਪੂਰਾ ਕੰਮ ਕਰਤਾ ਤੇ ਉਹ ਕਹਿੰਦੇ ਜੀ ਆ ਜਾ ਭਾਈ, ਤੇਰੇ ਪਾ ਦਿੰਦੇ ਸਰੋਪਾ। ਉਹਨਾਂ ਨੇ ਪਾਤਾ ਜਿਹੜਾ ਉਹਨਾਂ ਵਾਲਾ ਸਰੋਪਾ ਹੁੰਦਾ, ਆਪਣੇ ਵਾਲਾ ਨਹੀਂ, ਗੁਰੂ ਘਰ ਵਾਲਾ ਨਹੀਂ, ਮੈਂ ਤਾਂ ਸਾਫਾ ਕਹਿੰਦਾ, ਸਾਫਾ ਪਾਤਾ। ਹਾਂ, ਉਹਦੇ ਗੱਲ 'ਚ ਸਾਫਾ ਪਾਤਾ, ਉਹ ਉਹਨਾਂ ਨਾਲ ਚਲਾ ਗਿਆ। ਉਹ ਵੀ ਇਹਨਾਂ ਦੀ ਹੈ। ਤੀਜੀ ਰੀਤਾ ਬਹੁਗੁਣਾ ਜੋਸ਼ੀ, ਉੱਤਰਾਖੰਡ ਤੋਂ ਹੈ ਜੀ। ਉਹ ਜਿਹੜੀ ਹੈਗੀ ਉਹ ਸਪੋਕਸ ਪਰਸਨ ਸੀ ਇਹਨਾਂ ਦੀ ਕਾਂਗਰਸ ਪਾਰਟੀ ਦੀ। ਪੂਰੀਆਂ ਤੇਜ਼ ਤਰਾਰ ਹੋ RSS ਨੂੰ ਦਿੰਦੀ, ਸਲਵਾਤਾਂ ਸੁਣਾਉਂਦੀ ਹੁੰਦੀ। ਰਾਤ ਨੂੰ ਸਲਵਾਤਾਂ ਸੁਣਵਾਈਆਂ ਤੇ ਤੜਕੇ ਨੂੰ ਖਬਰ ਆ ਗਈ, ਕਹਿੰਦੇ ਜੀ ਉਹ ਤਾਂ BJP ਚਲੀ ਗਈ, ਸ਼ਾਮਲ ਹੋ ਗਈ। ਹਾਂਜੀ, ਇਸੇ ਤਰੀਕੇ ਜੇ ਆਪਾਂ ਦੇਖੀਏ ਚੌਧਰੀ ਬਰਿੰਦਰ ਸਿੰਘ ਸਰ ਛੋਟੂ ਰਾਮ ਦਾ ਦੋਤਰਾ ਹੈ ਜੀ, ਔਰ ਕਿੱਡੀ ਵੱਡੀ ਸ਼ਖਸੀਅਤ ਸੀ ਹਰਿਆਣੇ ਦੇ ਵਿੱਚ। ਆਲ ਇੰਡੀਆ ਕਾਂਗਰਸ ਕਮੇਟੀ ਦਾ ਜਨਰਲ ਸੈਕਟਰੀ ਰਿਹਾ, ਸੋਨੀਆ ਗਾਂਧੀ ਦਾ ਬੜਾ ਕਰੀਬ ਸੀ। ਪਰ ਉਹਨੇ ਕਿਉਂ ਛੱਡਿਆ? ਉਹ ਇਸ ਕਰਕੇ ਛੱਡਿਆ ਵੀ ਇੱਥੇ ਜਲੀਲ ਕਰਨ 'ਚ ਉਹਨੂੰ ਕੋਈ ਕਸਰ ਨਹੀਂ ਛੱਡੀ ਸੀ ਹਰਿਆਣੇ ਦੇ ਵਿੱਚ। ਇਦਾਂ ਹੀ ਦੇਖੀਏ ਜਗਦੰਬਿਕਾ ਪਾਲ, ਇੱਕ ਦਿਨ ਦਾ ਮੁੱਖ ਮੰਤਰੀ ਯੂਪੀ ਦਾ ਰਿਹਾ ਵਾ ਜਗਦੰਬਿਕਾ ਪਾਲ, ਯਾਦ ਹੋਣਾ ਤੁਹਾਡੇ, ਬੜਾ ਮੋਟਾ ਜਿਹਾ ਸੀ। ਇਦਾਂ ਹੀ ਦੇਖੀਏ ਰਾਧਾ ਕ੍ਰਿਸ਼ਨ ਵਿਖੇ ਪਾਟਲ, ਉਹ ਮਹਾਰਾਸ਼ਟਰ ਦਾ ਸੀ, ਉਹ ਵੀ ਛੱਡ ਗਿਆ। ਟਾਮ ਬਡਕਨ, ਇਹ ਮਹਾਰਾਸ਼ਟਰ ਦਾ ਸੀ, ਇਹ ਸੋਨੀਆ ਗਾਂਧੀ ਦਾ ਖਾਸ ਸੀ, ਸਭ ਤੋਂ ਕਰੀਬੀ ਸੀ। ਤੇ ਆ ਜਿਹੜਾ ਹੁਣ ਪੰਜਾਬ ਵਾਲੇ ਕ੍ਰਾਈਸਿਸ ਤੋਂ ਬਾਅਦ ਇੱਕ ਕੋਈ ਪੱਤਰਕਾਰ ਕਹਿੰਦੇ ਸ਼ਕੀਲ ਅਹਿਮਦ, ਉਹਨੇ ਇੱਕ ਟਵੀਟ ਕਰਤਾ ਵੀ ਆ ਜਿਹੜੇ ਵੱਡੇ ਆਪਣੇ ਆਪ ਨੂੰ ਸੈਨਾਪਤੀ ਕਹਾਉਂਦੇ ਆ ਨਾ, ਜਿੱਤ ਤਾਂ ਜਿੱਤ ਜਾਂਦੇ, ਉਦੋਂ ਕਹਿੰਦੇ ਅਸੀਂ ਆਪਣੇ ਬਲਬੂਤੇ ਤੇ ਜਿੱਤ ਗਏ। ਤੇ ਜਦੋਂ ਕੋਈ ਹਾਰ ਜਾਂਦੇ ਫਿਰ ਕਹਿੰਦੇ ਰਾਹੁਲ ਹਾਰ ਗਿਆ ਤੇ ਸੋਨੀਆ ਗਾਂਧੀ ਹਾਰ ਗਈ। ਸੋਨੀਆ ਗਾਂਧੀ ਨੇ ਤਾਂ ਕਹਿੰਦੇ ਕੋਈ ਪੋਜੀਸ਼ਨ ਹੀ ਨਹੀਂ ਲਈ ਕਦੇ, ਉਹ ਤਾਂ ਇਹਨਾਂ ਦੀ ਖਾਤਰ ਵੋਟਾਂ ਇਕੱਠੀਆਂ ਕਰਦੀ ਹੈ। ਆ ਕਹਿੰਦੇ ਹੁਣ ਪੰਜਾਬ 'ਚ ਹੋ ਗਈ ਨਾ ਕਾਰਵਾਈ, ਤੇ ਇਹੀ ਕਾਰਵਾਈ ਕਹਿੰਦੇ ਹੁਣ ਫਿਰ ਦੂਜੇ ਪਾਸੇ ਵੀ ਹੋਊਗੀ। ਤੇ ਜਿਹੜਾ ਹਰਿਆਣੇ ਦਾ ਇੰਚਾਰਜ ਲਾਇਆ ਮਾਕਣ, ਤੇ ਉਹਨੇ ਮਾਕਣ ਨੇ ਰੀਟਵੀਟ ਕਰਤਾ ਉਹਨੂੰ ਵੀ ਹਾਂਜੀ ਜਿਹਦੀ ਜ਼ਿੰਮੇਵਾਰੀ ਹੈ ਵੀ ਤੂੰ ਸਾਰੀ ਕਾਂਗਰਸ ਇਕੱਠੀ ਰੱਖਣੀ ਹੈ, ਆਪਣੇ ਹਰਿਆਣੇ ਦੀ, ਸੌਰੀ ਰਾਜਸਥਾਨ ਦੀ, ਵੀ ਤੂੰ ਸਾਰੀ ਪਾਰਟੀ ਔਖੀ ਹੈ। ਉਹ ਕਹਿੰਦਾ ਵੀ ਇੱਥੇ ਵੀ ਉਹੀ ਕੁਛ ਹੋਣ ਵਾਲਾ ਹੈ। ਮਤਲਬ ਹੈ ਵੀ ਉਹ ਤੋੜ ਭੰਨਣ ਦੇ ਉੱਤੇ ਐਨ ਪੂਰੀ ਤਰ੍ਹਾਂ ਲੱਗੇ ਹੋਏ। ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਮੋਦੀ ਨੇ ਕਿਹਾ ਸੀ ਨਾ ਕਾਂਗਰਸ ਮੁਕਤ ਭਾਰਤ, ਉਹ ਬਣਦਾ ਨਹੀਂ, ਉਹ ਬਣਾ, ਇਹ ਆਪ ਹੀ ਬਣਾ ਲੈਣਗੇ, ਕਿਸੇ ਨੂੰ ਬਣਾਉਣ ਦੀ ਲੋੜ ਨਹੀਂ ਜੀ। ਸੋ ਸ਼ੁਕਰੀਆ ਜੀ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।